दुनिया की गल करिए सारे ही विच संकट दे विच है, पर फिर भी जिवें हुण एक धर्म का रोल हुंदा है, धर्म की रोल अदा कर रहा है जां वख-वख धर्मां दा की रोल बनदा है, की अदा कर रहा है। भावें हिंदू होवे भावें सिख होवे कोई भी होवे, साडे सारियां दा धर्म इक्को ही है। तुसीं कहंदे हो कि धर्म अलग-अलग नाम फिर क्यों दिते हैं? ਜਿਹੜੀਆਂ ਰੀਤੀਆਂ ਰਿਵਾਜਾਂ ਦੇ ਵਿੱਚ ਜਨਮ ਹੋਇਆ ਉਹਦੀ ਸਰੀਰਕ ਕਿਰਿਆ ਵੱਖਰੀ ਹੋ ਸਕਦੀ ਹੈ, ਸਰੀਰਕ ਡਿਸਪਲਿਨ ਵੱਖਰੇ ਹੋ ਸਕਦੇ ਆ, ਪਰ ਅੰਦਰ ਦਾ ਰਾਹ ਆਤਮਕ ਉਹ ਇੱਕੋ ਹੀ ਆ ਜੀ। ਜੇ ਗੁਰੂ ਨਾਨਕ ਸਾਹਿਬ ਨੇ ਇੱਕ ਵੱਖਰਾ ਹੀ ਧਰਮ ਬਣਾਉਣਾ ਹੁੰਦਾ ਔਰ ਜੇ ਇਹਨੂੰ ਇੱਕ ਫਿਰਕੂਵਾਦੀ ਬਣਾਉਣਾ ਹੁੰਦਾ, ਕਦੀ ਵੀ ਬਾਬਾ ਫਰੀਦ ਸਾਹਿਬ ਦੇ ਬਚਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਸੀ ਕਰਨੇ। ਗੁਰਦੁਆਰਾ ਇੱਕ ਐਸੀ ਸੰਸਥਾ ਹੈ ਜਾਂ ਕਹਿ ਲਈਏ ਵੀ ਇੱਕ ਐਸਾ ਬੜਾ ਵੱਡਾ ਸਿਧਾਂਤ ਹੈ, ਜੇ ਉਹਨੂੰ ਸਹੀ ਢੰਗ ਨਾਲ ਫੋਲੋ ਕਰ ਲਿਆ ਜਾਵੇ ਨਾ, ਤੇ ਮੈਂ ਸੋਚਦਾ ਵੀ ਕਦੀ ਵੀ ਧਰਮ ਤੇ ਉਂਗਲ ਨਹੀਂ ਚੁੱਕੀ ਜਾ ਸਕਦੀ। ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਡੇਰਾਵਾਦ ਬਹੁਤ ਪੈ ਚੁੱਕਿਆ ਹੈ। ਅਜਿਹੇ ਬਾਬੇ ਬਹੁਤ ਬਣ ਚੁੱਕੇ ਨੇ ਜਿਹੜੇ ਕਹਿੰਦੇ ਨੇ ਕਿ ਮੁਰਦਾ ਜਿੰਦਾ ਕਰਵਾ ਲਓ, ਸਾਡੇ ਕੋਲ ਆ ਜਾਓ, ਟੂਣਾ ਟੱਪਾ ਕਰਾਉਣਾ, ਤੁਹਾਡੇ ਕਾਰੋਬਾਰ ਨਹੀਂ ਚੱਲਦੇ, ਅਸੀਂ ਕਾਰੋਬਾਰ 'ਚ ਵਾਧਾ ਕਰ ਦਿਆਂਗੇ। ਹਾਲਾਂਕਿ ਅਜਿਹਾ ਕੁਛ ਕਰ ਨਹੀਂ ਸਕਦੇ ਹੁੰਦੇ ਉਹ, ਪਰ ਫਿਰ ਵੀ ਬਹੁਤ ਕੁਝ ਚੱਲ ਰਿਹਾ ਹੈ। ਪਰ ਹੁਣ ਕੋਵਿਡ-19 ਦਾ ਜਿਹੜਾ ਵਾਇਰਸ ਚੱਲ ਰਿਹਾ ਉਹ ਦੇਖ ਵੀ ਨਹੀਂ ਰਹੇ। ਭੁੱਲ ਕੇ ਵੀ ਐਸੇ ਲੋਕਾਂ ਨੂੰ ਧਰਮ ਹੀ ਨਹੀਂ ਸਮਝ ਲੈਣਾ। ਧਰਮ ਕਦੀ ਟੂਣੇ ਟਪੱਕੇ ਤੇ ਚਮਤਕਾਰ ਨਹੀਂ ਸਿਖਾਉਂਦਾ ਜੀ। ਉਹ ਲੋਕ ਹੁਣ ਜਿਹੜੇ ਆਮ ਲੋਕ ਹੈਗੇ ਨੇ, ਉਮੀਦ ਧਰਮ ਤੋਂ ਕਰਨ ਕਿ ਡਾਕਟਰਾਂ ਤੋਂ ਕਰਨ। ਹੁਣ ਇਹਦਾ ਇਲਾਜ ਡਾਕਟਰ ਲੱਭਣਗੇ ਜਾਂ ਧਰਮੀ ਲੱਭਣਗੇ। ਵੈਦ ਕਹੇ ਹਉ ਹੀ ਭਲਾ, दारू ਮੇਰਾ ਵਸ, ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਾਸ। ਕਈ ਗੱਲ ਕਰਦੇ ਨੇ ਕਿ ਕੁਦਰਤ ਹੀ ਰੱਬ ਹੈ, ਪਰ ਇਹਨੂੰ ਸਮਝੋ, ਬਾਣੀ ਨੂੰ ਸਮਝਣਾ। ਅਸੀਂ ਵੀ ਗੱਲ ਕਰਦੇ ਹਾਂ ਕਿ ਬਾਣੀ ਨੂੰ ਸਮਝੋ, ਪਰ ਬਾਣੀ ਨੂੰ ਸਮਝੋ ਤਾਂ ਠੀਕ ਹੈ। ਜੇ ਰਹਿਣ ਸਹਿਣ ਸਾਡਾ ਬਦਲ ਸਕਦਾ ਅੱਜ ਦੇ ਮੁਤਾਬਕ, ਤੇ ਫਿਰ ਬਾਣੀ ਉਹ ਕਿਉਂ ਵਰਤ ਰਹੇ ਆਪਾਂ? ਗੁਰਬਾਣੀ ਇਹਨਾਂ ਖਤਰਿਆਂ ਦੀ ਗੱਲ ਕਰਦੀ ਹੈ, ਗੁਰਬਾਣੀ ਘੋੜੇ ਗੱਡਿਆਂ ਦੀ ਗੱਲ ਨਹੀਂ ਕਰਦੀ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਧਰਮ ਕੀ ਹੈ, ਧਰਮ ਦਾ ਕੀ ਰੋਲ ਹੋਣਾ ਚਾਹੀਦਾ। ਜਿਵੇਂ ਕਿ ਮਹਾਮਾਰੀ ਫੈਲੀ ਹੋਈ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪੂਰੇ ਪੰਜਾਬ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਕੋਈ ਵੀ ਅਜਿਹਾ ਥਾਂ ਨਹੀਂ ਗਾ ਜਿੱਥੇ ਇਹ ਮਹਾਮਾਰੀ ਦਾ ਵਾਇਰਸ ਨਾ ਪਹੁੰਚਿਆ ਹੋਵੇ। ਇਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਘਾਟੇ ਵੀ ਪਏ ਨੇ। ਕਈ ਪੁਲਿਸ ਅਫਸਰ ਚਲੇ ਗਏ, ਜਿਵੇਂ ਭਾਈ ਨਿਰਮਲ ਸਿੰਘ ਸਾਡੇ ਪ੍ਰਚਾਰਕ ਸਨ ਸਿੱਖ ਧਰਮ ਦੇ, ਉਹ ਸਾਡੇ ਤੋਂ ਲਾਸ ਹੋ ਗਿਆ, ਬਹੁਤ ਵੱਡਾ ਘਾਟਾ ਪਿਆ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਨੁਕਸਾਨ ਹੋ ਸਕਦਾ, ਜਿਵੇਂ ਕਿ ਸਰਕਾਰਾਂ ਦੱਸ ਰਹੀਆਂ ਨੇ ਸਾਨੂੰ ਕਿੰਨਾ ਚਿਰ ਘਰਾਂ ਦੇ ਵਿੱਚ ਰਹਿਣਾ ਚਾਹੀਦਾ। ਸਾਨੂੰ ਉਹਨਾਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਇਹ ਸਾਡੀ ਭਲਾਈ ਆ। ਜੇ ਅਸੀਂ ਜਿਉਂਦੇ ਰਹਾਂਗੇ ਤਾਂ ਬਹੁਤ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰ ਸਕਦੇ ਹਾਂ। ਪਰ ਅਜਿਹੇ ਹਾਲਾਤਾਂ ਦੇ ਵਿੱਚ ਧਰਮਾਂ ਦਾ ਕੀ ਰੋਲ ਹੋਣਾ ਚਾਹੀਦਾ? ਧਰਮ ਰੋਲ ਕੀ ਅਦਾ ਕਰ ਸਕਦੇ ਨੇ? ਧਰਮਾਂ ਦੇ ਨਾਂ 'ਤੇ ਵਖਰੇਵੇਂ ਪਾਉਣ ਵਾਲੇ ਲੋਕ ਕੀ ਰੋਲ ਅਦਾ ਕਰ ਰਹੇ ਨੇ? ਧਰਮਾਂ ਦੇ ਨਾਂ 'ਤੇ ਜਿਹੜੀ ਸਿਆਸਤ ਹੁੰਦੀ ਹੈ, ਧਰਮਾਂ ਦੇ ਨਾਂ 'ਤੇ ਸਿਆਸਤ ਆਮ ਹੀ ਹੁੰਦੀ ਰਹਿੰਦੀ। ਧਰਮਾਂ ਦੇ ਨਾਂ 'ਤੇ ਦੰਗੇ ਵੀ ਹੁੰਦੇ ਰਹੇ। 84 ਦੇ ਵਿੱਚ ਬਹੁਤ ਕੁਛ ਹੋਇਆ, ਬਹੁਤ ਕੁਛ ਲੋਕਾਂ ਨੇ ਪਿੰਡੇ 'ਤੇ ਹੰਡਾਇਆ, ਜਿਨ੍ਹਾਂ 'ਤੇ ਨਜਾਇਜ਼ ਬਹੁਤ ਕੁਛ ਹੋਈ ਆ। ਜਿਹੀ ਸਾਰੀ ਅਸੀਂ ਗੱਲਬਾਤ ਕਰਾਂਗੇ। ਉਹਨਾਂ ਪਖੰਡੀ ਬਾਬਿਆਂ ਬਾਰੇ ਵੀ ਗੱਲਬਾਤ ਕਰਾਂਗੇ, ਜਿਹੜੇ ਬਾਬੇ ਅੱਜ ਕੱਲ੍ਹ ਦਿਖ ਨਹੀਂ ਰਹੇ। ਪਹਿਲਾਂ ਕਹਿੰਦੇ ਸੀ ਤੁਹਾਡਾ ਅਸੀਂ ਜੀਵਨ ਸੁਧਾਰ ਦਿਆਂਗੇ, ਪਰ ਅੱਜ ਕੱਲ੍ਹ ਉਹ ਆਪਦਾ ਜੀਵਨ ਸੁਧਾਰ ਨਹੀਂ ਸਕਦੇ ਗੇ। ਉਹ ਲੁਕੇ ਛਿਪੇ ਹੋਏ ਨੇ, ਉਹ ਅੰਦਰਾਂ 'ਚ ਵੜ ਗਏ ਨੇ, ਪਰ ਉਹ ਬਾਹਰ ਨਹੀਂ ਆ ਰਹੇ। ਸਾਡੇ ਨਾਲ ਹਰਜੋਤ ਸਿੰਘ ਖਾਲਸਾ ਪ੍ਰਚਾਰਕ ਮੌਜੂਦ ਨੇ। ਪਹਿਲਾਂ ਵੀ ਅਸੀਂ ਇਹਨਾਂ ਨਾਲ ਅਨੇਕਾਂ ਮੁੱਦਿਆਂ 'ਤੇ ਗੱਲਬਾਤ ਕਰ ਚੁੱਕੇ ਹਾਂ, ਅੱਜ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਰਾ ਜਿਹੜਾ ਕੁਛ ਹੈਗਾ, ਤੁਹਾਡੇ ਸਵਾਲ ਹੈਗੇ ਮਨ ਦੇ ਵਿੱਚ, ਸਵਾਲ ਉੱਠ ਰਹੇ ਹੋਣੇ ਇਸ ਗੱਲ ਨੂੰ ਦੇਖ ਕੇ, ਆ ਵੀਡੀਓ ਨੂੰ ਦੇਖ ਕੇ, ਉਹ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਹੋ ਸਕਦਾ ਕਈ ਸਵਾਲ ਦੇ ਜਵਾਬ ਰਹਿ ਵੀ ਜਾਣ। ਸਭ ਤੋਂ ਪਹਿਲਾਂ ਜੀ ਫਤਿਹ ਅਰਜ਼ ਕਰਦੇ ਹਾਂ ਗੁਰੂ ਪਾਤਸ਼ਾਹ ਦੀ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਦੁਨੀਆ ਸੰਕਟ ਦੇ ਵਿੱਚ ਹੈ। ਜੇ ਦੁਨੀਆ ਦੀ ਗੱਲ ਕਰੀਏ, ਸਾਰੇ ਹੀ ਵਿੱਚ ਸੰਕਟ ਦੇ ਵਿੱਚ ਹੈ, ਪਰ ਫਿਰ ਵੀ ਜਿਵੇਂ ਹੁਣ ਇੱਕ ਧਰਮ ਦਾ ਰੋਲ ਹੁੰਦਾ ਹੈ, ਧਰਮ ਕੀ ਰੋਲ ਅਦਾ ਕਰ ਰਿਹਾ ਜਾਂ ਵੱਖ-ਵੱਖ ਧਰਮਾਂ ਦਾ ਕੀ ਰੋਲ ਬਣਦਾ, ਕੀ ਅਦਾ ਕਰ ਰਹੇ ਨੇ? ਦੇਖੋ ਜੀ, ਸਭ ਤੋਂ ਪਹਿਲੀ ਤਾਂ ਗੱਲ, ਧਰਮ ਗੁਰਬਾਣੀ ਦੇ ਮੁਤਾਬਕ ਬਹੁਤੇ ਨਹੀਂ ਹੁੰਦੇ। ਜਿਵੇਂ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਇਹ ਹਿੰਦੂ ਧਰਮ ਆ ਜੀ, ਇਹ ਸਨਾਤਨ ਧਰਮ ਹੈ, ਮੁਸਲਮਾਨ ਧਰਮ, ਈਸਾਈ ਧਰਮ, ਸਿੱਖ ਧਰਮ। ਗੁਰਬਾਣੀ ਨੇ ਧਰਮ ਬਹੁਤੇ ਨਹੀਂ ਮੰਨਿਆ। ਧਰਮ ਇੱਕੋ ਹੀ ਹੁੰਦਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਪਸ਼ਟ ਕਿਹਾ, ਕਹਿੰਦੇ ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕਿਰਤ ਹੈ,
ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਜੋਗੀ ਕਹਿੰਦਾ ਮੇਰਾ ਧਰਮ ਜੋਗ ਕਮਾਉਣਾ ਹੈ, ਬ੍ਰਾਹਮਣ ਕਹਿੰਦਾ ਮੇਰਾ ਧਰਮ ਗ੍ਰੰਥ ਪੜ੍ਹਨਾ ਹੈ, ਖੱਤਰੀ ਕਹਿੰਦਾ ਮੇਰਾ ਧਰਮ ਯੁੱਧ ਕਰਨਾ ਬਸ, ਤੇ ਸ਼ੂਦਰ ਦਾ ਧਰਮ ਥੋਪ ਦਿੱਤਾ ਗਿਆ ਲੋਕਾਂ ਦੇ ਭਾਂਡੇ ਮਾਂਜਣਾ ਤੇ ਨੀਵੇਂ ਕੰਮ ਕਰਨਾ। ਗੁਰੂ ਸਾਹਿਬ ਕਹਿੰਦੇ ਵੀ ਇਹ ਧਰਮ ਨਹੀਂ ਹੈਗੇ, ਸਾਰਿਆਂ ਦਾ ਧਰਮ ਇੱਕੋ ਹੀ ਆ, ਪਰਮਾਤਮਾ ਦੇ ਨਾਮ ਨਾਲ ਜੁੜਨਾ, ਉਹਦੀ ਯਾਦ ਵਿੱਚ ਜੁੜ ਕੇ ਨਿਰਮਲ ਕਰਮ ਕਰਨਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਨਾਲ ਜੁੜ ਕੇ, ਯਾਦ ਨਾਲ ਜੁੜ ਕੇ ਨਿਰਮਲ ਕਰਮ, ਸਰਬੱਤ ਦੇ ਭਲੇ ਦੇ ਕੰਮ ਕਰਦੇ ਰਹਿਣਾ। ਸਾਡੇ ਸਾਰਿਆਂ ਦਾ ਧਰਮ ਇੱਕੋ ਹੀ ਆ, ਭਾਵੇਂ ਮੁਸਲਮਾਨ ਹੋਵੇ ਉਹ ਵੀ ਇਹ ਕੁਝ ਕਰੇਗਾ ਤੇ ਪਾਰ ਉਤਾਰਾ ਹੋਵੇਗਾ, ਭਾਵੇਂ ਹਿੰਦੂ ਹੋਵੇ ਭਾਵੇਂ ਸਿੱਖ ਹੋਵੇ, ਕੋਈ ਵੀ ਹੋਵੇ, ਧਰਮ ਇੱਕੋ ਹੀ ਆ। ਰਹੀ ਗੱਲ ਇਹਨਾਂ ਧਰਮੀਆਂ ਦੇ ਰੋਲ ਦੀ, ਧਰਮ ਕੀ ਜ਼ਿੰਮੇਵਾਰੀਆਂ ਸਿਖਾਉਂਦਾ ਹੈ, ਗੁਰਬਾਣੀ ਦਾ ਸਹਾਰਾ ਲਈਏ। ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਕੋਈ ਵੀ ਹਾਲਾਤ ਹੋਣ, ਰਜ਼ਾ 'ਚ ਕਿਵੇਂ ਰਹਿਣਾ ਹੈ ਤੇ ਹਾਲਾਤਾਂ ਦੇ ਨਾਲ ਹਿੰਮਤ ਨਾਲ ਕਿਵੇਂ ਲੜਨਾ ਹੈ, ਅਣਖ 'ਚ ਕਿਵੇਂ ਰਹਿਣਾ ਹੈ, ਨਿਡਰ ਕਿਵੇਂ ਰਹਿਣਾ, ਨਿਰਭਉ ਕਿਵੇਂ ਰਹਿਣਾ, ਇਹ ਸਾਨੂੰ ਧਰਮ ਸਿਖਾਉਂਦਾ ਹੈ। ਔਰ ਅਰਦਾਸ ਦੇ ਵਿੱਚ ਜਿਹੜੇ ਆਪਾਂ ਬਚਨ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਦੇ ਕਾਰਜ ਕਰਨੇ, ਇਹ ਵੀ ਧਰਮ ਹੀ ਸਿਖਾਉਂਦਾ ਹੈ ਜੀ ਸਾਨੂੰ। ਤੋ ਇਹ ਅੱਜ ਧਰਮ ਸਿਖਾ ਰਿਹਾ, ਭਾਵੇਂ ਹਾਲਾਤ ਕੋਈ ਵੀ ਨੇ, ਪਰ ਜਿਹੜਾ ਸੱਚੀ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੈ, ਧਰਮ ਨਾਲ ਜੁੜਿਆ, ਉਹਦਾ ਕਾਰਜ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਰਬੱਤ ਦਾ ਭਲਾ ਕਰਨਾ, ਪਰਮਾਤਮਾ ਦਾ ਆਸਰਾ ਲੈਣਾ, ਅਕਾਲ ਪੁਰਖ ਤੇ ਭਰੋਸਾ ਕਰਨਾ, ਔਰ ਹਾਲਾਤ ਕੋਈ ਵੀ ਆ ਜਾਣ ਅੰਦਰੋਂ ਨਿਡਰ ਰਹਿ ਕੇ ਔਰ ਅੰਦਰੋਂ ਹੌਸਲੇ 'ਚ ਰਹਿ ਕੇ ਆਪਣੇ ਜੀਵਨ ਨੂੰ ਨਿਰਵਾਹ ਕਰਨਾ। ਤੁਸੀਂ ਗੱਲ ਕੀਤੀ ਕਿ ਧਰਮ ਇੱਕ ਹੈ, ਪਰ ਜਦੋਂ ਵੀ ਕਿਤੇ ਗੱਲ ਹੁੰਦੀ ਹੈ, ਚਾਹੇ ਸਾਡੇ ਪ੍ਰਚਾਰਕਾਂ ਦੀ ਗੱਲ ਹੋਵੇ, ਚਾਹੇ ਹੋਰਨਾਂ ਧਰਮਾਂ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਗਿਆਨ ਦੇਣ ਵਾਲੇ, ਗਿਆਨਵਾਨ ਕਹਿ ਸਕਦੇ ਹਾਂ, ਪਰ ਇੱਥੇ ਇਹ ਗੱਲ ਸਿਖਾਈ ਜਾਂਦੀ ਹੈ ਕਿ ਚਾਰ ਧਰਮ ਹੈ, ਸਾਨੂੰ ਆਪੋ ਆਪਣੇ ਧਰਮਾਂ 'ਚ ਰਹਿਣਾ ਚਾਹੀਦਾ। ਸਿੱਖ ਧਰਮ ਅਲੱਗ ਹੈ, ਈਸਾਈ ਧਰਮ ਅਲੱਗ ਹੈ, ਮੁਸਲਿਮ ਧਰਮ ਅਲੱਗ ਹੈ ਤੇ ਹਿੰਦੂ ਧਰਮ ਅਲੱਗ ਹੈ। ਉਹਦੇ ਆਪਦੇ ਰੀਤੀ ਰਿਵਾਜ ਨੇ, ਸਿੱਖਾਂ ਦੇ ਆਪਦੇ ਰੀਤੀ ਰਿਵਾਜ ਨੇ, ਈਸਾਈਆਂ ਦੇ ਆਪਦੇ ਨੇ, ਹਿੰਦੂਆਂ ਦੇ ਆਡੇ ਨੇ, ਮੁਸਲਮਾਨਾਂ ਦੇ ਅੱਡ ਰੀਤੀ ਰਿਵਾਜ ਨੇ, ਜਿਨ੍ਹਾਂ ਦੇ ਮੁਤਾਬਕ ਉਹ ਆਪਦੇ ਜਿਹੜੇ ਦਿਨ ਤਿਉਹਾਰ ਮਨਾਉਂਦੇ ਵੀ ਨੇ। ਪਰ ਤੁਸੀਂ ਕਹਿੰਦੇ ਹੋ ਇੱਕ ਹੈ ਧਰਮ, ਅਲੱਗ-ਅਲੱਗ ਨਾਮ ਫਿਰ ਕਿਉਂ ਦਿੱਤੇ ਆ? ਦੇਖੋ ਜੀ, ਵਿਦਵਾਨ ਕੀ ਰਾਏ ਰੱਖਦੇ ਨੇ ਵੱਖਰਾ ਵਿਸ਼ਾ ਹੈ, ਗੁਰੂ ਸਾਹਿਬ ਜੀ ਦੀ ਕੀ ਵਿਚਾਰ ਹੈ, ਇਹਦੇ 'ਤੇ ਸਾਨੂੰ ਫੋਕਸ ਜ਼ਰੂਰ ਕਰਨਾ ਪਵੇਗਾ। ਅਸਲ ਦੇ ਵਿੱਚ ਕੀ ਆ ਵੀ ਹੋ ਸਕਦਾ ਵੀ ਹਰ ਇੱਕ ਜਿਸ ਘਰ ਦੇ ਵਿੱਚ ਉਹਦਾ ਜਨਮ ਹੋਇਆ, ਜਿਹੜੀਆਂ ਰੀਤੀਆਂ ਰਿਵਾਜਾਂ ਦੇ ਵਿੱਚ ਜਨਮ ਹੋਇਆ, ਉਹਦੀ ਸਰੀਰਕ ਕਿਰਿਆ ਵੱਖਰੀ ਹੋ ਸਕਦੀ ਆ, ਸਰੀਰਕ ਡਿਸਪਲਿਨ ਵੱਖਰੇ ਹੋ ਸਕਦੇ ਆ, ਪਰ ਅੰਦਰ ਦਾ ਰਾਹ ਆਤਮਿਕ ਉਹ ਇੱਕੋ ਹੀ ਆ ਜੀ। ਸਾਡੇ ਸਾਰਿਆਂ ਦਾ ਮਕਸਦ ਪਰਮਾਤਮਾ ਹੀ ਆ। ਹੁਣ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਜੇ ਧਰਮ ਵੱਖੋ ਵੱਖਰੇ ਸਮਝੇ ਜਾਂਦੇ, ਔਰ ਜੇ ਗੁਰੂ ਨਾਨਕ ਸਾਹਿਬ ਨੇ ਇੱਕ ਵੱਖਰਾ ਹੀ ਧਰਮ ਬਣਾਉਣਾ ਹੁੰਦਾ, ਔਰ ਜੇ ਇਹਨੂੰ ਇੱਕ ਫਿਰਕੂਵਾਦ ਹੀ ਬਣਾਉਣਾ ਹੁੰਦਾ, ਕਦੀ ਵੀ ਬਾਬਾ ਫਰੀਦ ਸਾਹਿਬ ਦੇ ਬਚਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਸੀ ਕਰਨੇ, ਕਿਉਂਕਿ ਉਹ ਮੁਸਲਮਾਨ ਦੇ ਧਰਮ ਨਾਲ ਸੰਬੰਧ ਰੱਖਦੇ ਨੇ, ਸਰੀਰਕ ਤੌਰ 'ਤੇ ਡਿਸਪਲਿਨ ਮੁਸਲਮਾਨਾਂ ਦਾ ਫੋਲੋ ਕਰ ਰਹੇ ਨੇ। ਪਰ ਗੁਰੂ ਸਾਹਿਬ ਜੀ ਨੇ ਇਸ ਚੀਜ਼ 'ਤੇ ਫੋਕਸ ਕੀਤਾ ਕਿ ਬਾਹਰਲੀ ਕਿਰਿਆ ਜੋ ਮਰਜ਼ੀ ਹੋ ਰਹੀ ਹੈ, ਪਰ ਜੇ ਅੰਦਰ ਸਾਡਾ ਇੱਕੋ ਹੀ ਆ ਨਾ, ਤਾਂ ਅਸੀਂ ਸਾਰੇ ਧਰਮੀ ਆ। ਜੇ ਅੰਦਰ ਇੱਕੋ ਹੈ, ਭਾਵੇਂ ਕੋਈ ਨਮਾਜ਼ ਪੜ੍ਹ ਰਿਹਾ, ਮਹਾਰਾਜ ਨੇ ਉਹਨੂੰ ਵੀ ਧਰਮੀ ਮੰਨਿਆ, ਤੇ ਜੇ ਅੰਦਰ ਇੱਕੋ ਆ, ਰੱਬ ਨਾਲ ਜੁੜਿਆ, ਉਹ ਭਾਵੇਂ ਮੰਦਰ 'ਚ ਬੈਠਾ ਹੈ, ਖਿਮਾ ਕਰਿਓ ਕਈ ਵਾਰੀ ਇਹੋ ਜਿਹੇ ਸ਼ਬਦ ਸੁਣ ਕੇ ਅਸੀਂ ਅੰਦਰ ਈਰਖਾ ਪੈਦਾ ਕਰ ਲੈਂਦੇ ਹਾਂ, ਅੰਦਰ ਰੱਬ ਨਾਲ ਜੁੜਿਆ, ਭਾਵੇਂ ਉਹ ਮੰਦਰ 'ਚ ਬੈਠਾ ਹੈ ਨਾ ਜੀ, ਪਰਮਾਤਮਾ ਦੇ ਅੱਗੇ ਉਹ ਵੀ ਧਰਮੀ ਆ, ਭਾਵੇਂ ਗੁਰਦੁਆਰੇ ਬੈਠਾ ਉਹ ਵੀ ਧਰਮੀ ਆ। ਪਰ ਜੇ ਅੰਦਰ ਪਰਮਾਤਮਾ ਨਾਲ ਨਹੀਂ ਜੁੜਿਆ, ਵਕਾਰਾਂ ਨਾਲ ਜੁੜਿਆ, ਪਾਪ ਕਰਮਾਂ ਨਾਲ ਜੁੜਿਆ, ਬਾਹਰੋਂ ਜੋ ਮਰਜ਼ੀ ਪਹਿਰਾਵੇ ਪਾ ਲਵੇ, ਬਾਹਰੋਂ ਜਿੰਨੀਆਂ ਮਰਜ਼ੀ ਰਸਮਾਂ ਦਾ ਹਿੱਸੇਦਾਰ ਹੋਵੇ, ਉਹ ਰੱਬ ਦੇ ਘਰ ਧਰਮੀ ਨਹੀਂ ਹੋ ਸਕਦਾ। ਤੋ ਧਰਮ ਦੇ ਹੋ ਸਕਦਾ ਹੈ ਵੀ ਸਮਝਣ ਦਾ ਢੰਗ ਵੱਖਰਾ ਹੋਵੇ, ਪਰ ਇਹਦੇ 'ਚ ਮੈਂ ਇਹ ਜ਼ਰੂਰ ਸਪਸ਼ਟ ਕਰਨਾ ਚਾਹਾਂਗਾ, ਇਹਦਾ ਇਹ ਮਤਲਬ ਨਹੀਂ ਵੀ ਰਸਤੇ ਵੱਖੋ ਵੱਖਰੇ ਨੂੰ ਸਮਝ ਲੈਣਾ, ਵੀ ਕੋਈ ਰੱਬ ਨੂੰ ਹੀ ਬਹੁਤੇ ਸਮਝ ਲਵੇ, ਉਹ ਰਸਤਾ ਵੱਖਰਾ ਨਹੀਂ। ਉਹ ਰਸਤਾ ਇੰਜ ਨਹੀਂ ਕਹਿ ਸਕਦੇ ਵੀ ਮੰਜ਼ਿਲ ਇੱਕ, ਰਸਤਾ ਵੱਖਰਾ ਹੈ, ਉਹ ਰਸਤਾ ਕਿਸੇ ਮੰਜ਼ਿਲ 'ਤੇ ਹੀ ਨਹੀਂ ਜਾਂਦਾ। ਮੈਂ ਸਪਸ਼ਟ ਕਹਿ ਦੇਵਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਮਕਸਦ ਮੰਨਿਆ, ਡਿਸਪਲਿਨ ਕੋਈ ਵੀ ਅਪਣਾ ਲਿਆ, ਬਾਹਰਲੀ ਕਿਰਿਆ ਕੋਈ ਵੀ ਅਪਣਾ ਲਈ, ਉਹਨਾਂ ਨੂੰ ਤਾਂ ਕਹਿ ਸਕਦੇ ਹਾਂ ਵੀ ਰਸਤਾ ਵੱਖੋ ਵੱਖਰਾ ਹੈ ਪਰ ਧਰਮ ਇੱਕੋ ਆ। ਪਰ ਜਿਹੜੇ ਲੋਕਾਂ ਨੇ ਰੱਬ ਨੂੰ ਹੀ ਬਹੁਤੇ ਕਰਕੇ ਮੰਨ ਲਿਆ, ਕੋਈ 33 ਕਰੋੜ ਮੰਨ ਲਵੇ, ਕੋਈ ਬਹੁਤੇ ਮੰਨ ਲਵੇ, ਅਸਲ ਦੇ ਵਿੱਚ ਉਹ ਰਸਤੇ ਤੋਂ ਹੀ ਭਟਕ ਗਏ ਨੇ, ਉਹ ਕਿਸੇ ਵੀ ਰਸਤੇ 'ਤੇ ਨਹੀਂ ਹੈਗੇ, ਉਹ ਉਜਾੜ 'ਚ ਤੁਰੇ ਫਿਰਦੇ ਨੇ, ਮੰਜ਼ਿਲ 'ਤੇ ਨਹੀਂ ਪਹੁੰਚਣਗੇ। ਸਵਾਲ ਬਹੁਤ ਨੇ, ਪਰ ਸਭ ਤੋਂ ਪਹਿਲਾਂ ਇਹੀ ਸਵਾਲ ਦਾ ਜਵਾਬ ਲੈਂਦੇ ਆ ਕਿ ਜਿਵੇਂ ਤੁਸੀਂ ਕਿਹਾ ਵੀ ਧਰਮ ਵੱਖੋ ਵੱਖ ਨਹੀਂ ਗੇ, ਸਭ ਮਕਸਦ ਇੱਕ ਹੀ ਹੈ, ਚਾਹੇ ਉਹ ਮੰਦਰ ਦੇ ਵਿੱਚ ਜੋ ਵੀ ਆਪਦੀ ਪੜ੍ਹ ਰਿਹਾ ਹੋਵੇ, ਜਿਹੜੀ ਉਹਨਾਂ ਦੀ ਬਾਣੀ ਆ ਜਾਂ ਕੁਛ ਵੀ ਆਪਦੇ ਧਰਮ ਦੇ ਮੁਤਾਬਕ ਚੱਲ ਰਿਹਾ ਹੋਵੇ,
ਜੇ ਕੋਈ ਮਸੀਤੇ ਬੈਠਾ ਹੋਵੇ ਜਾਂ ਗੁਰਦੁਆਰੇ ਬੈਠਾ ਹੋਵੇ, ਜਿਹੜੀ ਆਪਣੀ ਰੂਹ ਆ ਉਹ ਗੁਰੂ ਪਾਤਸ਼ਾਹ ਨਾਲ ਉੱਤੇ ਜੁੜੀ ਹੋਣੀ ਚਾਹੀਦੀ ਹੈ, ਇੱਕੋ ਧਰਮ ਦੇ ਵਿੱਚ ਜੁੜੀ ਹੋਣੀ ਚਾਹੀਦੀ ਹੈ। ਪਰ ਇਹ ਸਾਨੂੰ ਗੱਲਾਂ ਕਿਉਂ, ਵਿਤਕਰੇ ਕਿਉਂ ਪਾਏ ਜਾਂਦੇ ਨੇ ਕਿ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਆ ਉਹ ਅਸੀਂ ਨਹੀਂ ਪਾਲਣਾ ਕਰਨੀ ਉਹਨਾਂ ਦੀ, ਜਾਂ ਜਿਹੜੇ ਸਾਡੇ ਸਿੱਖ ਹੈਗੇ ਨੇ ਇਹ ਬ੍ਰਾਹਮਣ ਪ੍ਰਥਾ ਨੂੰ ਜਿਹੜਾ ਪਹਿਲ ਦੇ ਰਹੇ ਨੇ, ਉਹਨਾਂ ਦੇ ਮੁਤਾਬਕ ਜਿਹੜੇ ਆਪਦੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਆ ਅੱਜ ਕੱਲ੍ਹ ਲੌਸਮੈਂਟ ਕਰਨੀ ਜਾਂ ਹੋਰ ਪ੍ਰਚਾਰ ਕਰਨਾ ਇਹ ਬ੍ਰਾਹਮਣਾਂ ਦਾ ਹੋ ਰਿਹਾ, ਜਾਂ ਉੱਥੇ ਅਰਦਾਸ ਕਰਨੀ ਇਹ ਬ੍ਰਾਹਮਣ ਪ੍ਰਥਾ ਹੈ, ਜੇ ਉੱਥੇ ਜੋਤ ਜਗਾਲੀ ਉਹ ਬ੍ਰਾਹਮਣ ਪ੍ਰਥਾ ਹੈ। ਇਹ ਕਿਉਂ ਹੋ ਰਿਹਾ ਫਿਰ? ਦੇਖੋ ਜੀ, ਪਹਿਲਾਂ ਤਾਂ ਮੈਂ ਸਪਸ਼ਟ ਕਰਾਂ, ਇਹ ਜਿਹੜੇ ਸ਼ਬਦ ਹੋ ਲੈਣੇ ਬ੍ਰਾਹਮਣ ਸ਼ਬਦ ਜਾਂ ਕੋਈ ਵੀ ਸ਼ਬਦ, ਜਿਵੇਂ ਹੁਣ ਅਕਸਰ ਵੀ ਕਈ ਸਾਡੇ ਪ੍ਰਚਾਰਕਾਂ ਵੱਲੋਂ ਵੀ ਇਹ ਗੱਲ ਕੀਤੀ ਜਾਂਦੀ ਹੈ ਨਾ ਜੀ, ਪੁਜਾਰੀ ਦਾ ਰੱਬ, ਇਹਨਾਂ ਦੇ ਬ੍ਰਹਮ ਗਿਆਨੀ, ਇਹਨਾਂ ਦੇ ਸੰਤ, ਇਹ ਬ੍ਰਾਹਮਣਾਂ ਦਾ ਪ੍ਰਚਾਰ ਕਰ ਰਹੇ ਨੇ। ਮੈਂ ਸਮਝਦਾ ਜਦੋਂ ਅਸੀਂ ਗੁਰਬਾਣੀ ਨਾਲ ਸਾਂਝ ਪਾਉਂਦੇ ਨਾ, ਮੈਂ ਦੋਨੋਂ ਪੱਖ ਕਰਾਂਗਾ ਗੱਲ। ਪਹਿਲੀ ਗੱਲ ਤਾਂ ਇਹ ਆ ਵੀ ਇਹ ਸ਼ਬਦ ਗਲਤ ਨਹੀਂ ਹੈਗੇ, ਔਰ ਜਿਹੜਾ ਸਹੀ ਵਿਦਵਾਨ ਹੋਵੇਗਾ ਨਾ ਉਹ ਭਾਸ਼ਾ ਦਾ ਜ਼ਰੂਰ ਸਤਿਕਾਰ ਕਰੇਗਾ। ਹੁਣ ਆਪਾਂ ਗੁਰਬਾਣੀ ਦਾ ਹਿੱਸਾ ਲਈਏ, ਜੇ ਪੁਜਾਰੀ ਦਾ ਰੱਬ ਕਹਿ ਕੇ ਭੰਡਿਆ ਜਾਂਦਾ ਹੈ, ਬ੍ਰਾਹਮਣ ਕਿਹਾ ਜਾਂਦਾ ਹੈ, ਤੇ ਮਹਾਰਾਜ ਨੇ ਸਪਸ਼ਟ ਕਿਹਾ ਸੋ ਬ੍ਰਾਹਮਣ ਬ੍ਰਹਮ ਜੋ ਬਿੰਦ ਹੈ। ਅਸਲੀ ਬ੍ਰਾਹਮਣ ਉਹ ਆ ਜਿਨਨੇ ਬ੍ਰਹਮ ਦੇ ਨਾਲ ਸਾਂਝ ਪਾ ਲਈ, ਪ੍ਰਮਾਤਮਾ ਦੇ ਨਾਲ ਸਾਂਝ ਪਾ ਲਈ। ਪੁਜਾਰੀ ਦੀ ਗੱਲ ਕਰੀਏ, ਮਹਾਰਾਜ ਕਹਿੰਦੇ ਠਾਕੁਰ ਕਾ ਸੇਵਕ ਸਦਾ ਪੁਜਾਰੀ। ਪੁਜਾਰੀ ਉਹ ਹੈ ਜਿਹੜਾ ਸਦਾ ਠਾਕੁਰ ਦਾ ਸੇਵਕ ਆ, ਪ੍ਰਮਾਤਮਾ ਦਾ ਸੇਵਕ ਆ। ਤਾਂ ਮਹਾਰਾਜ ਨੇ ਇਹਨਾਂ ਸ਼ਬਦਾਂ ਨੂੰ ਨਹੀਂ ਛੱਡਿਆ, ਕਿਉਂਕਿ ਅਸੀਂ ਕੀ ਕਰਦੇ ਹਾਂ ਵੀ ਅਸੀਂ ਉਹਨਾਂ ਸ਼ਬਦਾਂ ਨੂੰ ਹੀ ਇੰਨੇ ਨੈਗੇਟਿਵ ਢੰਗ ਨਾਲ ਪ੍ਰਚਾਰਦੇ ਹਾਂ ਕਿ ਆਮ ਜਨਤਾ ਦੇ ਮਨ ਦੇ ਵਿੱਚ ਬੈਠ ਹੀ ਜਾਂਦਾ ਹੈ ਪੁਜਾਰੀ ਮਤਲਬ ਗਲਤ ਬੰਦਾ, ਬ੍ਰਾਹਮਣ ਮਤਲਬ ਗਲਤ ਬੰਦਾ, ਬ੍ਰਹਮ ਗਿਆਨੀ ਮਤਲਬ ਗਲਤ ਬੰਦਾ। ਤੇ ਮੈਂ ਸੋਚਦਾ ਹਾਂ ਵੀ ਜਿਸ ਭਾਰੀ ਮਾਤਰਾ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਨੈਗੇਟਿਵ ਤੌਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਆਉਣ ਵਾਲੀ ਜਨਰੇਸ਼ਨ ਜਦੋਂ ਗੁਰਬਾਣੀ ਪੜ੍ਹੇਗੀ ਤੇ ਸੁਖਮਨੀ ਸਾਹਿਬ ਦਾ ਪਾਠ ਕਰੇਗੀ ਵੀ ਸੰਤ ਕਾ ਨਿੰਦਕ। ਹੁਣ ਸੰਤ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ, ਬ੍ਰਹਮ ਗਿਆਨੀ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਨਾ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਨੂੰ ਸਹੀ ਢੰਗ ਨਾਲ ਸ਼ਬਦ ਵਰਤਿਆ ਹੈ। ਹੁਣ ਜੇ ਅਸੀਂ ਇਹਨਾਂ ਨੂੰ ਇੰਨਾ ਨੈਗੇਟਿਵ ਪ੍ਰਚਾਰੀ ਜਾਵਾਂਗੇ ਤੇ ਆਉਣ ਵਾਲੀ ਜਨਰੇਸ਼ਨ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਇਹ ਸੋਚਣ ਲੱਗ ਜੂਗੀ ਵੀ ਗੁਰਬਾਣੀ 'ਚ ਤਾਂ ਗਲਤ ਬੰਦਿਆਂ ਦਾ ਜ਼ਿਕਰ ਕੀਤਾ। ਤਾਂ ਸ਼ਬਦ ਗਲਤ ਨਹੀਂ ਹੁੰਦਾ, ਮਹਾਰਾਜ ਨੇ ਉਹਨਾਂ ਸ਼ਬਦਾਂ ਨੂੰ ਕਿਤੇ ਨਹੀਂ ਛੱਡਿਆ। ਹੁਣ ਰਾਮ ਤਾਂ ਦਸ਼ਰਥ ਦਾ ਪੁੱਤਰ ਵੀ ਆ, ਕ੍ਰਿਸ਼ਨ ਆਪਾਂ ਜਾਣਦੇ ਵੀ ਕਿਸੇ ਧਰਮ ਦਾ ਇੱਕ ਅਵਤਾਰ ਆ, ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਬਦਾਂ ਨੂੰ ਛੱਡ ਨਹੀਂ ਦਿੱਤਾ। ਰਾਮ ਜਪੋ ਜੀ ਐਸੇ ਐਸੇ, ਜਾਂ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਕ੍ਰਿਸ਼ਨ ਸ਼ਬਦ ਵਰਤਿਆ। ਮਹਾਰਾਜ ਨੇ ਸ਼ਬਦ ਨਹੀਂ ਛੱਡੇ। ਮਹਾਰਾਜ ਕਹਿੰਦੇ ਵੀ ਠੀਕ ਆ, ਦੁਨੀਆ ਰਾਮ ਨੂੰ ਦਸ਼ਰਥ ਦਾ ਪੁੱਤਰ ਕਹਿ ਰਹੀ ਹੈ, ਪਰ ਰਾਮ ਦਾ ਅਰਥ ਵੀ ਤਾਂ ਕੋਈ ਹੋ ਸਕਦਾ ਨਾ, ਰਾਮ ਦਾ ਅਰਥ ਰਮਿਆ ਹੋਇਆ ਵੀ ਹੋ ਸਕਦਾ। ਸ਼ਬਦ ਕਦੀ ਨਹੀਂ ਛੱਡੇ ਜਾਂਦੇ। ਮੰਨ ਲਓ ਹੁਣ ਮੇਰਾ ਨਾਮ ਹਰਜੋਤ ਆ ਜੀ, ਮੈਂ ਕੋਈ ਗਲਤ ਕੰਮ ਕਰ ਦਿੰਦਾ ਹੈ ਤੇ ਇਹਦੇ 'ਚ ਹਰਜੋਤ ਸ਼ਬਦ ਦਾ ਤਾਂ ਨਹੀਂ ਕਸੂਰ ਹੋ ਗਿਆ ਨਾ, ਔਰ ਇਹਦਾ ਇਹ ਮਤਲਬ ਨਹੀਂ ਵੀ ਹਰਜੋਤ ਸ਼ਬਦ ਨੂੰ ਕਿਸੇ ਸਹੀ ਢੰਗ ਨਾਲ ਵਰਤਿਆ ਨਹੀਂ ਜਾ ਸਕਦਾ। ਅਸੀਂ ਸ਼ਬਦਾਂ ਨੂੰ ਫੜ ਕੇ ਬੈਠ ਜਾਂਦੇ ਹਾਂ, ਸ਼ਬਦ ਗਲਤ ਨਹੀਂ ਹੁੰਦੇ। ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਆਪਾਂ ਕਹਿੰਦੇ ਹਾਂ ਵੀ ਉਹਨਾਂ ਦੀ ਗੱਲ ਪ੍ਰਚਾਰੀ ਜਾ ਰਹੀ ਆ, ਉਹਦਾ ਮੁੱਦਾ ਇਹ ਆ ਵੀ ਜਿਹੜੇ ਲੋਕ ਇੱਕ ਰੱਬ ਦੇ ਰਸਤੇ ਨੂੰ ਛੱਡ ਕੇ ਸਾਨੂੰ ਪਖੰਡਾਂ ਤੇ ਹੋਰ ਗਲਤ ਵਹਿਮਾਂ ਭਰਮਾਂ ਨਾਲ ਜੋੜਦੇ ਨੇ, ਉਹਨਾਂ ਤੋਂ ਅਸੀਂ ਜ਼ਰੂਰ ਸੰਕੇਤ ਰਹਿਣਾ, ਕਿਉਂਕਿ ਹੋ ਸਕਦਾ ਹੈ ਵੀ ਉਹ ਲੋਕ ਇਹਨਾਂ ਦੀ ਆੜ 'ਚ ਰਹਿਣ। ਜਿਵੇਂ ਮੰਨ ਲਓ ਹੁਣ ਕਈ ਬ੍ਰਾਹਮਣ ਹੁੰਦੇ ਤਾਂ ਨਹੀਂ, ਪਰ ਬ੍ਰਾਹਮਣ ਸ਼ਬਦ ਵਰਤ ਕੇ ਕਾਣ ਕਰ ਰਹੇ ਨੇ ਸਮਾਜ ਦਾ। ਸੰਤ ਹੁੰਦੇ ਤਾਂ ਨਹੀਂ, ਪਰ ਸੰਤ ਸ਼ਬਦ ਵਰਤ ਕੇ ਸਮਾਜ ਦਾ ਨੁਕਸਾਨ ਕਰ ਰਹੇ ਨੇ। ਤੇ ਗੁਰੂ ਸਾਹਿਬ ਨੇ ਕਿਤੇ ਵੀ ਨਹੀਂ ਕਿਹਾ ਵੀ ਉਹਨਾਂ ਨੂੰ ਸੰਤ ਵਰਤੋ। ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਨਾ ਵੀ ਸੰਤ ਜੀ ਤੁਰੇ ਫਿਰਦੇ, ਸੰਤ ਮਾੜੇ ਕੰਮ ਕਰਦੇ ਜੀ, ਬਾਬੇ ਆਹ ਕੰਮ ਕਰਦੇ ਆ। ਬਾਬਾ ਸ਼ਬਦ ਮਾੜਾ ਨਹੀਂ ਜੀ, ਸੰਤ ਸ਼ਬਦ ਮਾੜਾ ਨਹੀਂ। ਗੁਰੂ ਸਾਹਿਬ ਨੇ ਤਾਂ ਸਪਸ਼ਟ ਕਿਹਾ ਨਾ, ਉਹ ਹਰ ਕੇ ਸੰਤ ਨਾ ਆਖੀਏ ਬਨ ਆਰਸ ਕੇ ਠੱਗ। ਮਹਾਰਾਜ ਕਹਿੰਦੇ ਉਹਨੂੰ ਸੰਤ ਕਹਿੰਦੇ ਹੀ ਕਿਉਂ ਜੇ? ਜੇ ਸੰਤ ਵਾਲੇ ਗੁਣ ਉਹਦੇ 'ਚ ਹੈ ਨਹੀਂ ਤੇ ਉਹਨੂੰ ਸੰਤ ਕਹਿ ਕਿਉਂ ਰਹੇ ਜੇ? ਉਹ ਤਾਂ ਠੱਗ ਹੋਇਆ। ਪਖੰਡੀ ਕਹੋ, ਠੱਗ ਕਹੋ, ਸੰਤ ਕਿਉਂ ਕਹਿ ਰਹੇ ਹੋ? ਸੰਤ ਸ਼ਬਦ ਦੀ ਬੇਅਦਬੀ ਕਿਉਂ ਕਰ ਰਹੇ ਹੋ? ਹਰ ਕੇ ਸੰਤ ਨਾ ਆਖੀਏ ਬਨ ਆਰਸ ਕੇ ਠੱਗ। ਤੋ ਜਿਹੜੇ ਲੋਕ ਠੱਗ ਨੇ ਪਰ ਨਾਮ ਵਰਤ ਰਹੇ ਨੇ, ਉਹ ਜਿਹੜੇ ਵਹਿਮ ਭਰਮ ਫੈਲਾਉਂਦੇ ਨੇ, ਉਹਨਾਂ ਤੋਂ ਸੰਕੇਤ ਜ਼ਰੂਰ ਰਹਿਣਾ ਪਵੇਗਾ। ਔਰ ਸਾਨੂੰ ਪ੍ਰਚਾਰਕਾਂ ਨੂੰ ਬੜੇ ਸੰਜੀਦਗੀ ਦੇ ਨਾਲ ਇਹ ਪ੍ਰਚਾਰ ਕਰਨਾ ਪਵੇਗਾ। ਸਾਨੂੰ ਸਪਸ਼ਟ ਕਰਨਾ ਪਵੇਗਾ ਵੀ ਪਖੰਡੀ ਕੌਣ ਹੈ ਤੇ ਸਹੀ ਸ਼ਬਦ ਕਿੱਥੇ ਵਰਤਿਆ ਜਾਣਾ ਚਾਹੀਦਾ। ਔਰ ਜਿਹੜੀ ਗੱਲ ਤੇ ਆਉਣਾ ਚਾਹੁੰਦਾ ਸੀ, ਮੇਰੀ ਕਹਿਣ ਦਾ ਮਤਲਬ ਇਹ ਸੀਗਾ, ਜਿਵੇਂ ਹੁਣ ਸਭ ਕੁਝ ਹੁੰਦਾ ਹੈ, ਇਹ ਸਾਰੀਆਂ ਜਿਹੜੇ ਇਹ ਥੋਪੇ ਜਾਂਦੇ ਨੇ ਗੱਲ, ਧਰਮਾਂ ਦੇ ਨਾਂ 'ਤੇ ਵਖਰੇਵੇਂ ਪਾ ਦਿੱਤੇ ਹਨ, ਧਰਮਾਂ ਨਾਂ 'ਤੇ ਲੜਾਈ ਹੁੰਦੀ ਆ। ਜੇ ਕੋਈ ਮੰਦਿਰ ਦੇ ਵਿੱਚ ਚਲਾ ਜਾਂਦਾ ਤੇ ਆਮ ਹੀ ਗੱਲ ਆ ਵੀ ਸਿੱਖਾਂ ਦੇ ਵਿੱਚ ਕੀਤੀ ਜਾਂਦੀ ਹੈ ਵੀ ਤੂੰ ਮੰਦਿਰ ਕੀ ਲੈਣ ਗਿਆ ਪਈ, ਸਾਡੇ ਜਿਹੜੇ ਗੁਰਦੁਆਰਾ ਹੈਗਾ ਤੂੰ ਗੁਰਦੁਆਰੇ ਕਿਉਂ ਨਹੀਂ ਗਿਆ ਜੇ ਉੱਥੇ ਸਤਿਕਾਰ ਨਹੀਂ ਮਿਲਦਾ ਤਾਂ, ਜਾਂ ਕਹਿੰਦੇ ਤੂੰ ਮਸੀਤ 'ਚ ਕੀ ਲੈਣ ਗਿਆ। ਆਮ ਹੀ ਗੱਲ ਇਹ ਜਿਹੜੀ ਆ ਇਹ ਬਾਹਰ ਉੱਭਰ ਕੇ ਆਉਂਦੀ ਆ, ਆਮ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹ ਪੜ੍ਹੀ ਸੁਣੀ ਜਾਂਦੀ ਆ ਜਾਂ ਵੇਖਣ ਨੂੰ ਸਾਨੂੰ ਮਿਲਦੀ ਆ। ਪਰ ਉੱਥੇ ਤੁਸੀਂ ਕਹਿੰਦੇ ਧਰਮ ਇੱਕ ਆ, ਫਿਰ ਉੱਥੇ ਰੋਕ ਕਿਉਂ? ਉਹਦਾ ਕਾਰਨ ਇਹ ਆ ਜੀ ਵੀ ਅੱਜ ਨਾ ਕਈ ਧਰਮ ਜਿਹਨੇ ਕਹਿਣ ਵਾਲੇ ਧਰਮ
ਜਿਹਨੂੰ ਕਹਿ ਲਈਏ ਵੀ ਰਸਤਿਆਂ ਦੇ ਵਿੱਚ ਚੀਜ਼ ਸਹੀ ਢੰਗ ਨਾਲ ਸ਼ੁਰੂ ਹੋਈ ਸੀ, ਪਰ ਉਹ ਇੰਨੀ ਕਰਪਟ ਹੋ ਗਈ ਕਿ ਅੱਜ ਜੇ ਉਹਨੂੰ ਉਸ ਢੰਗ ਨਾਲ ਫੋਲੋ ਕਰੀਏ ਤੇ ਬੰਦਾ ਆਪਣੇ ਸਹੀ ਰਸਤੇ ਤੋਂ ਭਟਕ ਜਾਂਦਾ ਹੈ। ਅਸਲ ਦੇ ਵਿੱਚ ਜਿਹੜੇ ਮੱਤ ਦੇ ਵਿੱਚ ਸਾਡਾ ਜਨਮ ਹੋਇਆ ਹੈ, ਕਈ ਵਾਰੀ ਸਾਡੀ ਅਵਸਥਾ ਨਹੀਂ ਪਹੁੰਚੀ ਹੁੰਦੀ ਜੀ। ਬਿਗਨਿੰਗ ਦੇ ਤੌਰ 'ਤੇ ਮੰਨ ਲਓ ਮੈਂ ਸਿੱਖ ਧਰਮ ਦੇ ਵਿੱਚ ਜਨਮ ਹੋਇਆ, ਕਹਿ ਲਈਏ ਵੀ ਸਿੱਖ ਪੰਥ ਦੇ ਵਿੱਚ ਜਨਮ ਹੋਇਆ, ਔਰ ਜਦੋਂ ਮੈਂ ਗੁਰਦੁਆਰੇ ਜਾਣਾ ਹੈ, ਮੇਰਾ ਮਕਸਦ ਗੁਰਦੁਆਰੇ ਜਾਣ ਦਾ ਇਹ ਹੋਣਾ ਚਾਹੀਦਾ ਹੈ ਵੀ ਇਹ ਇੱਕ ਅਭਿਆਸ ਹੁੰਦਾ ਹੈ। ਰੋਜ਼ ਮੈਂ ਗੁਰਦੁਆਰੇ ਜਾਵਾਂ ਔਰ ਮੇਰੇ ਮਨ ਦੇ ਵਿੱਚ ਇਹ ਹੋਵੇ ਵੀ ਮੈਂ ਅਹਿਸਾਸ ਕਰਨਾ ਵੀ ਮੇਰੇ ਸਾਹਮਣੇ ਗੁਰੂ ਬੈਠਾ ਹੈ। ਹਰ ਕੋਈ ਧਰਮ ਸ਼ੁਰੂਆਤ ਇੰਝ ਹੀ ਹੁੰਦੀ ਆ ਜੀ। ਕੋਈ ਮੰਦਿਰ ਜਾਂਦਾ ਸੀ ਨਾ, ਹਾਲਾਂਕਿ ਅੱਜ ਬੁੱਤਾਂ ਦੀ ਪੂਜਾ ਹੋਣ ਲੱਗ ਗਈ, ਬੁੱਤਾਂ ਨੂੰ ਰੱਬ ਮੰਨਣ ਲੱਗ ਗਏ, ਉਹਦਾ ਖੰਡਨ ਕੀਤਾ ਹੈ। ਪਰ ਕਿਸੇ ਸਮੇਂ ਇਹਦੀ ਸਹੀ ਸਟਾਰਟਿੰਗ ਹੋਈ ਸੀ ਜੀ। ਜਦੋਂ ਸਟਾਰਟਿੰਗ ਹੋਈ, ਲੋਕਾਂ ਦੇ ਇਹ ਅਭਿਆਸ ਹੁੰਦਾ ਸੀ ਸਤਿਪੁਰਸ਼ਾਂ ਦਾ, ਵੀ ਮੰਦਿਰ ਗਏ, ਸਾਹਮਣੇ ਰੱਬ ਦੀ ਮੂਰਤੀ, ਹੁਣ ਉਹ ਉਸ ਮੂਰਤੀ ਨੂੰ ਰੱਬ ਨਹੀਂ ਸੀ ਸਮਝਦੇ। ਅਸਲ 'ਚ ਇੱਕ ਅਭਿਆਸ ਹੁੰਦਾ ਸੀ ਇਹ ਅਹਿਸਾਸ ਕਰਨ ਦਾ ਕਿ ਰੱਬ ਮੇਰੇ ਸਾਹਮਣੇ ਆ, ਤਾਂ ਕਿ ਉਹਦਾ ਅਭਿਆਸ ਇੰਨਾ ਵੱਧ ਜੇ ਵੀ ਜਦੋਂ ਮੰਦਿਰ ਜਾਂ ਗੁਰਦੁਆਰੇ ਤੋਂ ਬਾਹਰ ਨਿਕਲੇ ਉਹਨੂੰ ਹਰ ਥਾਂ 'ਤੇ ਹੀ ਇੰਝ ਲੱਗੇ ਵੀ ਰੱਬ ਮੇਰੇ ਹੀ ਸਾਹਮਣੇ ਆ, ਮੈਂ ਗਲਤ ਕੰਮ ਨਾ ਕਰਾਂ। ਪਰ ਅੱਜ ਕਈ ਵਾਰੀ ਇਹਨਾਂ ਮੱਤਾਂ ਦੇ ਵਿੱਚ ਇਹ ਕੰਮ ਇੰਨੇ ਕਰਪਟ ਹੋ ਗਏ ਵੀ ਸਹੀ ਲੌਜਿਕ ਤੇ ਸਹੀ ਤੱਤ ਨੂੰ ਛੱਡ ਦਿੱਤਾ ਗਿਆ, ਪਰ ਉਹਨਾਂ ਰਸਮਾਂ 'ਤੇ ਹੀ ਜੁੜ ਕੇ ਰਹਿ ਗਏ। ਹੁਣ ਮੂਰਤੀਆਂ ਜਾਂ ਉਹਨਾਂ ਚੀਜ਼ਾਂ ਤੋਂ ਸਿੱਖਣਾ ਤਾਂ ਇਹ ਸੀ ਵੀ ਅਸੀਂ ਅਭਿਆਸ ਕਰ ਰਹੇ ਹਾਂ ਅਤੇ ਰੱਬ ਦਾ ਅਹਿਸਾਸ ਹਰ ਥਾਂ 'ਤੇ ਹਰ ਕਿਸੇ 'ਚੋਂ ਕਰਨਾ ਹੈ, ਪਰ ਲੋਕ ਸੀਮਤ ਹੋ ਗਏ, ਉਸ ਬੁੱਤ ਨੂੰ ਹੀ ਰੱਬ ਸਮਝਣ ਲੱਗ ਗਏ ਅਤੇ ਬਾਹਰ ਆ ਕੇ ਲੋਕਾਂ 'ਤੇ ਜ਼ੁਲਮ ਕਰਦੇ ਨੇ। ਔਰ ਮੈਂ ਇਹ ਗੱਲ ਉਹਨਾਂ 'ਤੇ ਹੀ ਨਹੀਂ ਰੱਖਾਂਗਾ, ਸਾਡੇ 'ਚ ਵੀ ਜੇ ਗੁਰਦੁਆਰੇ ਆ ਕੇ ਉਦੋਂ ਤਾਂ ਅਸੀਂ ਗੁਰੂ ਦਾ ਅਹਿਸਾਸ ਕਰ ਰਹੇ ਹਾਂ, ਬਾਹਰ ਆ ਕੇ ਗਲਤ ਕੰਮ ਕਰੀਏ ਇਹਦਾ ਮਤਲਬ ਉਹ ਵੀ ਬੰਦੇ ਪਖੰਡ ਕਰ ਰਹੇ ਨੇ, ਹਜੇ ਉਹਦਾ ਅਭਿਆਸ ਸਿਖਰ 'ਤੇ ਨਹੀਂ ਪਹੁੰਚਿਆ। ਧਰਮ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਜੀ? ਜ਼ਿੰਮੇਵਾਰੀਆਂ ਦੀ ਗੱਲ ਕਰੀਏ ਜੀ, ਧਰਮ ਦੀ ਜ਼ਿੰਮੇਵਾਰੀ ਇਹ ਹੈ ਜੋ ਧਰਮ ਸਿਖਾਉਂਦਾ ਹੈ ਉਹਨੂੰ ਸਹੀ ਤੌਰ 'ਤੇ ਅਮਲ ਕਰਨਾ। ਹੁਣ ਜਿਹੜਾ ਵੀ ਕੋਈ ਧਰਮੀ ਬੰਦਾ ਹੈ, ਧਰਮ ਇਹ ਸਿਖਾਉਂਦਾ ਹੈ ਸਰਬੱਤ ਦਾ ਭਲਾ ਕਰਨਾ, ਜਿਵੇਂ ਆਪਾਂ ਆਲਰੇਡੀ ਡਿਸਕਸ ਕਰ ਰਹੇ ਹਾਂ। ਤਾਂ ਧਰਮੀ ਖਵਾਉਣ ਵਾਲਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਆ, ਹਾਲਾਤ ਕੋਈ ਵੀ ਹੋਣ, ਪਹਿਲੀ ਗੱਲ ਹੁਕਮ ਨੂੰ ਸੱਤ ਕਰਕੇ ਮੰਨਣ, ਦੂਜੀ ਗੱਲ ਉਹਨਾਂ ਹਾਲਾਤਾਂ ਦੇ ਨਾਲ ਅਣਖ ਅਤੇ ਨਿਡਰਤਾ ਦੇ ਨਾਲ ਸਾਹਮਣਾ ਕਰਨ, ਤੀਸਰੀ ਗੱਲ ਸਰਬੱਤ ਦਾ ਭਲਾ ਕਰਨ, ਜਾਤਾਂ ਤੋਂ ਉੱਪਰ ਉੱਠ ਕੇ, ਫਿਰਕਿਆਂ ਤੋਂ ਉੱਪਰ ਉੱਠ ਕੇ। ਔਰ ਜਿਹੜਾ ਸਹੀ ਧਰਮ ਹੁੰਦਾ ਹੈ ਇਹ ਚੀਜ਼ਾਂ ਸਿਖਾਉਂਦਾ ਹੈ, ਔਰ ਸਹੀ ਧਰਮੀ ਜਿਹੜੇ ਧਰਮ ਨੂੰ ਫੋਲੋ ਕਰਦੇ ਨੇ ਔਰ ਇਹ ਕੁਝ ਕਰ ਵੀ ਰਹੇ ਨੇ। ਹੋਰ ਕਈ ਸੰਸਥਾਵਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਕੀ ਕਰ ਰਹੇ ਨੇ? ਹੁਣ ਧਰਮ ਦੀ ਗੱਲ ਕਰਦੇ ਹਾਂ, ਗੁਰਦੁਆਰਿਆਂ ਦੀ ਗੱਲ ਕੀਤੀ। ਗੁਰਦੁਆਰਾ ਇੱਕ ਐਸੀ ਸੰਸਥਾ ਹੈ, ਜਾਂ ਕਹਿ ਲਈਏ ਵੀ ਇੱਕ ਐਸਾ ਬੜਾ ਵੱਡਾ ਸਿਧਾਂਤ ਹੈ, ਜੇ ਉਹਨੂੰ ਸਹੀ ਢੰਗ ਨਾਲ ਫੋਲੋ ਕਰ ਲਿਆ ਜਾਵੇ ਨਾ, ਤੇ ਮੈਂ ਸੋਚਦਾ ਵੀ ਕਦੀ ਵੀ ਧਰਮ 'ਤੇ ਉਂਗਲ ਨਹੀਂ ਚੁੱਕੀ ਜਾ ਸਕਦੀ। ਆਪਾਂ ਸਾਰੇ ਜਾਣਦੇ ਹਾਂ ਵੀ ਇਹਨੂੰ ਕਿਸੇ ਸਮੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਧਰਮਸ਼ਾਲਾ ਕਿਹਾ ਜਾਂਦਾ ਸੀ। ਗੁਰੂ ਅਰਜਨ ਸਾਹਿਬ ਨੇ ਇਹਨੂੰ ਹਰਮੰਦਰ ਨਾਮ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰਦੁਆਰਾ ਨਾਮ ਪ੍ਰਚਲਿਤ ਹੋਇਆ। ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਹੈ, ਗੁਰਦੁਆਰਾ ਅਸਲ ਦੇ ਵਿੱਚ ਉਹ ਹੁੰਦਾ ਹੈ ਜਿਹੜਾ ਕੇਵਲ ਨਾ ਸਿਰਫ ਬੰਦਗੀ ਕਰਨ ਦਾ ਸਾਧਨ ਹੋਵੇ, ਸਗੋਂ ਭੁੱਖਿਆਂ ਲਈ ਭੁੱਖ ਪੂਰੀ ਕਰਨ ਦਾ ਵੀ ਸਾਧਨ ਹੋਵੇ। ਭੁੱਖਿਆਂ ਨੂੰ ਇੱਥੇ ਅੰਨ ਮਿਲਦਾ ਹੋਵੇ, ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ ਉੱਥੇ ਇਹ ਉਹਨਾਂ ਲਈ ਸ਼ਰਨ ਦਾ ਕੰਮ ਕਰੇ, ਉਹਨਾਂ ਦੀ ਰਕਸ਼ਾ ਦਾ ਕੰਮ ਕਰੇ। ਜੇ ਕੋਈ ਮੁਸਾਫਰ ਹੈ ਉਹਦੇ ਲਈ ਆਸ਼ਰਮ ਦਾ ਕੰਮ ਕਰੇ। ਜੇ ਕੋਈ ਪੜ੍ਹਨਾ ਚਾਹੁੰਦਾ ਹੈ, ਵਿਦਿਆਰਥੀਆਂ ਦੀ ਵਿੱਦਿਆ ਦਾ ਸਾਧਨ ਬਣੇ। ਇਹ ਗੁਰਦੁਆਰੇ ਦਾ ਸਹੀ ਸਿਧਾਂਤ ਹੈ। ਔਰ ਹਾਲਾਂਕਿ ਟੂਕ ਮਾਤਰ ਕਈ ਥਾਵਾਂ 'ਤੇ ਹੋ ਵੀ ਰਿਹਾ ਹੈ। ਆਪਾਂ ਦੇਖਦੇ ਹਾਂ ਹਰਿਮੰਦਰ ਸਾਹਿਬ ਵਾਲੀ ਜਗ੍ਹਾ 'ਤੇ ਕਈ ਡਿਸਪੈਂਸਰੀਜ਼ ਬਣੀਆਂ ਨੇ, ਕਿਉਂਕਿ ਗੁਰਦੁਆਰਾ ਉਹ ਜਿਹੜਾ ਦਵਾਖਾਨਾ ਵੀ ਹੋਵੇ, ਸਫਾਖਾਨਾ ਵੀ ਹੋਵੇ, ਲੋਕਾਂ ਦਾ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਚਾਹੀਦੀ ਹੁੰਦੀ ਹੈ ਮਨੁੱਖ ਨੂੰ ਮਿਲੇ, ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧਿਤ ਹੋਵੇ, ਕੁਛ ਵੀ ਹੋਵੇ। ਬਿਲਕੁਲ ਜੀ, ਗੁਰੂ ਦਾ ਸਿਧਾਂਤ ਹੀ ਇਹ ਆ, ਔਰ ਸਹੀ ਗੁਰਦੁਆਰੇ ਦਾ ਸਿਧਾਂਤ ਇਹ ਆ। ਔਰ ਪਰ ਅੱਜ ਕੱਲ੍ਹ ਜੋ ਕਾਬਲ ਹੈਗੇ ਨੇ, ਪਰ ਉਹ ਅਜਿਹਾ ਕੁਝ ਕਰਵਾ ਨਹੀਂ ਰਹੇ। ਹਾਲਾਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਉਹ ਪ੍ਰਚਲਿਤ ਸਿਧਾਂਤਾਂ 'ਚੋਂ ਕਈ ਥਾਵਾਂ 'ਤੇ ਹਾਲਾਂਕਿ ਚੱਲ ਰਿਹਾ, ਜਿਵੇਂ ਲੰਗਰ ਚੱਲਦਾ ਭੁੱਖਿਆਂ ਦੀ ਭੁੱਖ ਪੂਰੀ ਕਰਨ ਦਾ, ਡਿਸਪੈਂਸਰੀਜ਼ ਹੈਗੀਆਂ ਨੇ, ਸਰਾਵਾਂ ਹੈਗੀਆਂ ਨੇ, ਹੈਗਾ ਹੈ ਗੁਰੂ ਸਾਹਿਬ ਸਰਾਵਾਂ ਦੀ ਜੇ ਗੱਲ ਕਰੀਏ, ਜਿਵੇਂ ਹੁਣ ਗੁਰਦੁਆਰੇ ਜਿਵੇਂ ਦਰਬਾਰ ਸਾਹਿਬ ਜਾਣਾ ਹੋਵੇ, ਸਿਫਾਰਿਸ਼ 'ਤੇ ਕਮਰੇ ਮਿਲਦੇ ਨੇ। ਜਿਵੇਂ ਤੁਸੀਂ ਪੜ੍ਹਾਈ ਦੀ ਗੱਲ ਕੀਤੀ ਹੈ, ਅਜਿਹਾ ਕੁਛ ਉਹ ਹੱਥ ਖੜੇ ਕਰ ਜਾਂਦੇ ਨੇ, ਅਸੀਂ ਕੀ ਕਰੀਏ, ਪੜ੍ਹਾਈ ਕਿਸੇ ਗਰੀਬ ਬੱਚੇ ਦੀ ਕਰਵਾਈ ਨਹੀਂ ਜਾ ਰਹੀ। ਦੇਖੋ ਜੀ, ਮੈਂ ਉਹੀ ਗੱਲ ਕਰ ਰਿਹਾ ਨਾ, ਗੁਰੂ ਦੇ ਸਿਧਾਂਤ ਪ੍ਰਚਲਿਤ ਸਮੇਂ ਤੋਂ ਚੱਲੇ ਤਾਂ ਆ ਰਹੇ ਨੇ। ਹਾਲਾਂਕਿ ਕਈ ਕਮੇਟੀਆਂ ਦੇ ਸਕੂਲ ਵੀ, ਸ਼੍ਰੋਮਣੀ ਕਮੇਟੀ ਦੇ ਕਿੰਨੇ ਸਕੂਲ ਨੇ, ਸਰਾਵਾਂ ਨੇ, ਲੰਗਰ ਚੱਲਦਾ, ਦਵਾਖਾਨੇ ਨੇ, ਸਭ ਕੁਝ ਹੈਗਾ ਹੈ। ਪਰ ਸਮੇਂ ਦੇ ਨਾਲ ਕੀ ਹੋਇਆ ਵੀ ਜਦੋਂ ਰਾਜਨੀਤਿਕ ਘੁਸਪੈਠ ਹੋ ਗਈ,
ਨਿੱਜ ਸਵਾਰਥ ਵਾਲਿਆਂ ਨੇ ਇੰਟਰਫੇਰੈਂਸ ਕੀਤੀ ਤਾਂ ਇਹਨਾਂ ਚੀਜ਼ਾਂ ਨੂੰ ਵੀ ਆਪਣੇ ਸਵਾਰਥ ਲਈ ਵਰਤਣ ਲੱਗ ਪਏ। ਡਿਸਪੈਂਸਰੀ ਆਪਣੇ ਸਵਾਰਥ ਲਈ, ਆਪਣਾ ਬਿਜ਼ਨਸ ਉਹਨਾਂ ਨੇ ਚਲਾ ਲਿਆ, ਸਰਾਵਾਂ ਉਹ ਮਿਲਣ ਲੱਗ ਗਈਆਂ ਸਿਫਾਰਸ਼ਾਂ 'ਤੇ, ਸਕੂਲਾਂ ਦੇ ਨਾਮ 'ਤੇ ਬਿਜ਼ਨਸ ਚੱਲਣ ਲੱਗ ਗਿਆ। ਤਾਂ ਜਿਨ੍ਹਾਂ ਨੇ ਇੰਟਰਫੇਰੈਂਸ ਕਰ ਦਿੱਤੀ, ਸਾਡੇ ਅਦਾਰਿਆਂ ਦਾ ਨੈਗੇਟਿਵ ਰੋਲ ਰਿਹਾ ਹੈ। ਪਰ ਗੁਰੂ ਸਾਹਿਬ ਨੇ ਇਹ ਸਿਧਾਂਤ ਕਈ ਥਾਵਾਂ 'ਤੇ ਅੱਜ ਵੀ ਪ੍ਰਚਲਿਤ ਨੇ, ਔਰ ਜਿਹੜੇ ਸੱਚੀ ਕੌਮ ਦਾ ਦਰਦ ਰੱਖਦੇ ਨੇ, ਮੈਂ ਸੋਚਦਾ ਵੀ ਇਹ ਕੌਮ ਦੀ ਸਭ ਤੋਂ ਵੱਡੀ ਸੇਵਾ ਇਹ ਹੋਏਗੀ ਜੇ ਅਸੀਂ ਗੁਰਦੁਆਰੇ ਦਾ ਇਹ ਸਿਧਾਂਤ ਸਹੀ ਢੰਗ ਨਾਲ ਪ੍ਰਚਲਿਤ ਕਰ ਦਈਏ। ਤੁਸੀਂ ਗੱਲ ਕੀਤੀ ਸੀ ਕਿ ਧਰਮਾਂ ਦੇ ਨਾਮ ਤੇ ਜਿਵੇਂ ਧਰਮਾਂ ਵੱਖੋ-ਵੱਖ ਹੋ ਸਕਦੇ ਨੇ, ਪਰ ਇੱਕ ਧਰਮ ਇੱਕ ਹੀ ਆ, ਰਸਤੇ ਅਲੱਗ-ਅਲੱਗ ਹੋ ਸਕਦੇ ਨੇ। ਪਰ ਇੱਕ ਕੀ ਆ ਕਿ ਜਿਵੇਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਡੇਰਾਵਾਦ ਬਹੁਤ ਪੈ ਚੁੱਕਿਆ। ਅਜਿਹੇ ਬਾਬੇ ਬਹੁਤ ਬਣ ਚੁੱਕੇ ਨੇ ਜਿਹੜੇ ਕਹਿੰਦੇ ਨੇ ਕਿ ਮੁਰਦਾ ਜਿੰਦਾ ਕਰਵਾ ਲਓ, ਸਾਡੇ ਕੋਲ ਆ ਜਾਓ, ਟੂਣਾ ਟੱਪਾ ਕਰਾਉਣਾ, ਤੁਹਾਡੇ ਕਾਰੋਬਾਰ ਨਹੀਂ ਚੱਲਦੇ, ਅਸੀਂ ਕਾਰੋਬਾਰ 'ਚ ਵਾਧਾ ਕਰ ਦਿਆਂਗੇ। ਹਾਲਾਂਕਿ ਅਜਿਹਾ ਕੁਛ ਕਰ ਨਹੀਂ ਸਕਦੇ ਹੁੰਦੇ ਉਹ, ਪਰ ਫਿਰ ਵੀ ਬਹੁਤ ਕੁਛ ਚੱਲ ਰਿਹਾ। ਪਰ ਹੁਣ ਕੋਵਿਡ-19 ਦਾ ਜਿਹੜਾ ਵਾਇਰਸ ਚੱਲ ਰਿਹਾ ਉਹ ਦਿਖ ਵੀ ਨਹੀਂ ਰਿਹਾ। ਦੇਖੋ ਜੀ, ਇਹ ਜਿੰਨੀ ਵੀ ਸੰਗਤ ਦੇਖ ਰਹੀ ਹੈ ਨਾ, ਮੈਂ ਸਪਸ਼ਟ ਤੌਰ 'ਤੇ ਕਹਿ ਦੇਵਾਂ, ਭੁੱਲ ਕੇ ਵੀ ਐਸੇ ਲੋਕਾਂ ਨੂੰ ਧਰਮ ਹੀ ਨਹੀਂ ਸਮਝ ਲੈਣਾ, ਕਿਉਂਕਿ ਧਰਮ ਕਦੀ ਟੂਣੇ ਟਪੱਕੇ ਤੇ ਚਮਤਕਾਰ ਨਹੀਂ ਸਿਖਾਉਂਦਾ ਜੀ। ਧਰਮ ਕੀ ਸਿਖਾਉਂਦਾ ਹੈ? ਗੁਰੂ ਅੰਗਦ ਸਾਹਿਬ ਨੂੰ ਯਾਦ ਕਰ ਰਹੇ ਨਾ, ਆਪਾਂ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਦੇ ਜੀਵਨ 'ਚ ਨਾ ਇੱਕ ਸਾਖੀ ਮਿਲਦੀ ਹੈ। ਕਹਿੰਦੇ ਇੱਕ ਸਿੱਖ ਗੁਰੂ ਸਾਹਿਬ ਜੀ ਦੀ ਸ਼ਰਣੀ ਸੇਵਾ ਕਰਦਾ ਸੀ ਲੰਗਰ ਬਣਾਉਣ ਦੀ। ਇੱਕ ਦਿਨ ਹਨੇਰੀ ਆਈ ਤੇ ਅੱਗ ਨਹੀਂ ਸੀ ਬਲ ਰਹੀ, ਲੰਗਰ ਨਹੀਂ ਸੀ ਬਣਾ ਪਾ ਰਿਹਾ। ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕਰਦਾ, ਪਾਤਸ਼ਾਹ ਹਨੇਰੀ ਚੱਲ ਰਹੀ ਹੈ, ਅੱਗ ਨਹੀਂ ਬਲ ਰਹੀ, ਕਿਰਪਾ ਕਰੋ ਹਨੇਰੀ ਰੋਕ ਦਿਓ। ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਸਿੱਖਾ, ਜਿਹਦੇ ਹੁਕਮ 'ਚ ਚੱਲ ਰਹੀ ਆ ਨਾ, ਉਹਦੇ ਹੁਕਮ 'ਚ ਰੁਕ ਵੀ ਜਾਵੇਗੀ। ਤੇ ਸਿੱਖ ਕਹਿਣ ਲੱਗਾ, ਪਾਤਸ਼ਾਹ ਜੇ ਉਹਦੇ ਹੁਕਮ 'ਚ ਚੱਲ ਰਹੀ ਹੈ ਮੰਨਿਆ, ਪਰ ਤੁਸੀਂ ਵੀ ਤਾਂ ਵੱਡੇ ਹੋ ਨਾ, ਵੱਡੇ ਹੋ, ਤੁਸੀਂ ਰੋਕ ਸਕਦੇ ਹੋ। ਤੇ ਗੁਰੂ ਸਾਹਿਬ ਨੇ ਉੱਥੇ ਇੱਕ ਗੱਲ ਕਹੀ, ਕਹਿੰਦੇ ਸਿੱਖਾ ਇਹ ਗੱਲ ਯਾਦ ਰੱਖੀ, ਵਡੱਪਨ ਉਹਦੇ ਹੁਕਮ ਦੀ ਉਲੰਘਣਾ ਕਰਨ 'ਚ ਨਹੀਂ, ਵਡੱਪਨ ਉਹਦੇ ਹੁਕਮ ਦੀ ਪਾਲਣਾ ਕਰਨ 'ਚ। ਜਿਹੜੇ ਸੱਚੀ ਧਰਮੀ ਲੋਕ ਨੇ ਨਾ ਜੀ, ਉਹ ਧਰਮ ਦੀ ਪਾਲਣਾ ਕਰਨਾ ਸਿਖਾਉਂਦੇ ਨੇ, ਧਰਮ ਨੂੰ ਉਹ ਹੁਕਮ ਨੂੰ ਸੱਤ ਕਰਕੇ ਮੰਨਣਾ ਸਿਖਾਉਂਦੇ ਨੇ, ਰਜਾ ਦੇ ਵਿੱਚ ਰਹਿਣਾ ਸਿਖਾਉਂਦੇ ਨੇ। ਉਹ ਕਦੀ ਵੀ ਇਸ ਚੀਜ਼ 'ਤੇ ਨਿਰਭਰ ਨਹੀਂ ਕਰਾਉਣਗੇ ਵੀ ਤੁਸੀਂ ਉਡੀਕਾਂ ਕਰੋ ਵੀ ਕੋਈ ਆਵੇਗਾ ਤੇ ਸਾਨੂੰ ਇਸ ਸੰਕਟ 'ਚੋਂ ਕੱਢੇਗਾ। ਗੁਰੂ ਸਾਹਿਬ ਨੇ ਕਦੀ ਵੀ ਆਪਣੇ ਸਿੱਖਾਂ ਨੂੰ ਉਡੀਕਾਂ 'ਚ ਨਹੀਂ ਬਿਠਾਇਆ। ਮਹਾਰਾਜ ਨੇ ਆਪਣੇ ਖਾਲਸੇ ਨੂੰ ਸਮਰੱਥ ਕੀਤਾ ਹੈ ਵੀ ਤੁਸੀਂ ਰਜਾ 'ਚ ਰਾਜੀ ਰਹਿਣਾ ਹੈ, ਔਰ ਆਪ ਇੰਨੇ ਮਜ਼ਬੂਤ ਰਹਿਣਾ ਹੈ ਵੀ ਹਾਲਾਤਾਂ ਨਾਲ ਡਟ ਕੇ ਸਾਹਮਣਾ ਕਰ ਸਕੇ। ਜਿਵੇਂ ਤੁਸੀਂ ਗੱਲ ਕੀਤੀ ਹੈ, ਅਜਿਹਾ ਕੁਛ ਸਿਖਾਉਂਦਾ, ਪਰ ਧਰਮ ਦੇ ਨਾਂ 'ਤੇ ਸਿਆਸਤ ਕਿਉਂ ਹੁੰਦੀ ਹੈ? ਧਰਮ ਦੇ ਨਾਂ 'ਤੇ ਕਤਲੋਗਾਰਦ ਫਿਰ ਕਿਉਂ ਹੁੰਦੀ ਹੈ? ਜਿਵੇਂ ਦਿੱਲੀ ਦੇ ਵਿੱਚ ਹੁਣ ਥੋੜ੍ਹਾ ਸਮਾਂ ਪਹਿਲਾਂ ਵੀ 1984 ਦੇ ਵਿੱਚ ਵੀ ਅਜਿਹਾ ਬਹੁਤ ਕੁਛ ਹੋਇਆ। ਆਮ ਹੀ ਆਪਾਂ ਦੇਖਦੇ ਹਾਂ, ਇੱਕ ਧਰਮ ਦੇ ਫਿਰਕਾ ਪ੍ਰਸਤ ਦੂਸਰੇ ਧਰਮ ਦੇ ਉੱਤੇ ਹਮਲਾ ਕਰ ਦਿੰਦੇ ਨੇ। ਚਾਹੇ ਆ ਸਿੱਖਾਂ ਦੀਆਂ ਵੀਡੀਓ ਵਾਇਰਲ ਆਮ ਹੀ ਹੋ ਰਹੀਆਂ ਨੇ ਕਿ ਉਹਨਾਂ ਦੇ ਕਕਾਰ ਲਵਾਏ ਤੱਕ ਜਾਂਦੇ ਨੇ। ਜੀ ਹਾਂ, ਬਹੁਤ ਕੁਝ ਸਾਹਮਣੇ ਆਉਂਦਾ। ਤੇ ਫਿਰ ਉਹ ਧਰਮੀ ਕਿੱਥੇ ਨੇ, ਉਹ ਲੋਕ ਕਿੱਥੇ ਨੇ, ਕਿ ਧਰਮ ਦੀ ਪਾਲਣਾ ਕਿਉਂ ਨਹੀਂ ਕਰਦੇ? ਫਿਰ ਦੇਖੋ ਜੀ, ਮੈਂ ਇੱਕ ਨਾ ਸਪਸ਼ਟ ਤੌਰ 'ਤੇ ਗੱਲ ਕਵਾਂ, ਗੁਰਬਾਣੀ ਦੇ ਵਿੱਚ ਵੀ ਬਚਨ ਮਿਲਦੇ। ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਲੈ ਕੇ ਗੱਲ ਕੀਤੀ ਆ। ਕਹਿੰਦੇ ਵੀ ਜਿਹੜੀ ਚੀਜ਼ ਸਭ ਤੋਂ ਸਾਡੇ ਲਈ ਜ਼ਰੂਰੀ ਹੋਵੇਗੀ ਨਾ, ਸਭ ਤੋਂ ਵੱਧ ਕਲੇਸ਼ ਵੀ ਉਹਦੇ ਨਾਮ 'ਤੇ ਪਵੇਗਾ। ਹੀਰਾ ਕੀਮਤੀ ਆ ਨਾ, ਤੇ ਸਭ ਤੋਂ ਵੱਧ ਕਲੇਸ਼ ਵੀ ਹੀਰੇ ਦੇ ਨਾਮ 'ਤੇ ਪਏਗਾ। ਹੁਣ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਹੋਵੇ ਨਾ, ਉਹਦੇ ਦੋਨੋਂ ਪੱਖ ਹੁੰਦੇ ਨੇ। ਜੇ ਉਹਨੂੰ ਸਹੀ ਢੰਗ ਨਾਲ ਵਰਤੀਏ ਤਾਂ ਉਹ ਚੀਜ਼ ਸਾਡੇ ਲਈ ਸਹਾਇਕ ਹੁੰਦੀ ਹੈ, ਸਹਾਇਤਾ ਕਰਦੀ ਹੈ। ਗਲਤ ਢੰਗ ਨਾਲ ਵਰਤੀਏ ਤਾਂ ਨੁਕਸਾਨਦਾਇਕ ਵੀ ਹੋ ਸਕਦੀ ਹੈ। ਮੋਬਾਈਲ ਫੋਨ ਆ ਜੀ, ਸਹੀ ਢੰਗ ਨਾਲ ਵਰਤੀਏ ਤੇ ਅੱਜ ਦੇ ਲੋਕਡਾਊਨ ਦੇ ਵਿੱਚ ਅਸੀਂ ਕਿੰਨੀ ਜਾਣਕਾਰੀ ਮੋਬਾਈਲ ਫੋਨ ਤੋਂ ਹਾਸਲ ਕਰ ਸਕਦੇ ਹਾਂ। ਇੱਥੇ ਬੈਠੇ ਕਿੰਨੇ ਲੋਕਾਂ ਨਾਲ ਅੱਜ ਰਿਸ਼ਤੇਦਾਰਾਂ ਨੂੰ ਵੈਸੇ ਨਹੀਂ ਮਿਲ ਪਾਉਂਦੇ, ਫੋਨਾਂ 'ਤੇ ਹਾਲ ਚਾਲ ਪੁੱਛ ਸਕਦੇ ਹਾਂ। ਸਹੀ ਢੰਗ ਨਾਲ ਵਰਤੀਏ, ਟੈਕਨੋਲੋਜੀ ਸਹਾਇਤਾ ਕਰ ਰਹੀ ਹੈ। ਪਰ ਜੇ ਇਸੇ ਟੈਕਨੋਲੋਜੀ ਨੂੰ ਗਲਤ ਢੰਗ ਨਾਲ ਵਰਤੀਏ ਤੇ ਕਈ ਲੋਕ PUBG ਵਰਗੀਆਂ ਗੇਮਾਂ ਖੇਡ ਕੇ ਜਾਨਾਂ ਗਵਾ ਰਹੇ ਨੇ, ਗਲਤ ਵੀਡੀਓਜ਼ ਦੇਖ ਰਹੇ ਨੇ। ਤਾਂ ਹਰ ਚੀਜ਼ ਦਾ ਇਹ ਪੱਖ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਉਦਾਹਰਨ ਲਈ ਕਹਿੰਦੇ, ਜੇ ਪਾਣੀ ਦੀ ਸਹੀ ਵਰਤੋਂ ਕਰੀਏ ਨਾ, ਪਿਆਸ ਬੁਝਾਉਂਦਾ ਹੈ, ਪਰ ਪਾਣੀ ਨੂੰ ਕਿਸੇ ਨੂੰ ਡੁਬੋ ਕੇ ਮਾਰਨ ਲਈ ਵੀ ਵਰਤਿਆ ਜਾ ਸਕਦਾ ਹੈ। ਤਾਂ ਧਰਮ ਨੂੰ ਜੇ ਸਹੀ ਸਮਝ ਲਿਆ ਜਾਵੇ ਤੇ ਧਰਮ ਇਸ ਸਮਾਜ ਦੀ ਸਹਾਇਤਾ ਕਰਦਾ ਹੈ, ਸ਼ਾਂਤੀ ਫੈਲਾਉਂਦਾ ਹੈ, ਸਰਬੱਤ ਦਾ ਭਲਾ ਦੀ ਮੰਗ ਕਰਦਾ ਹੈ। ਪਰ ਜਿਨ੍ਹਾਂ ਨੇ ਧਰਮ ਨੂੰ ਗਲਤ ਢੰਗ ਨਾਲ ਸਮਝ ਲਿਆ, ਧਰਮ ਦੀ ਸਮਝ ਹੀ ਕੋਈ ਵੱਖਰੀ ਗਲਤ ਹੋ ਗਈ, ਧਰਮ ਨੂੰ ਸਹੀ ਸਮਝਿਆ ਹੀ ਨਹੀਂ, ਤੇ ਉਹ ਲੋਕ ਫਿਰ ਫਿਰਕੇਵਾਦ ਦੇ ਨਾਮ 'ਤੇ ਇੱਕ ਦੂਜੇ ਦਾ ਕਤਲੇਆਮ ਕਰਦੇ ਨੇ। ਅਸਲ ਦੇ ਵਿੱਚ ਉਹ ਧਰਮੀ ਹੁੰਦੇ ਹੀ ਨਹੀਂ, ਉਹਨਾਂ ਨੂੰ ਧਰਮੀ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਧਰਮੀ ਹੋਣ ਦਾ ਭੁਲੇਖਾ ਪਾਉਣ ਵਾਲੇ ਕਤਲੇਆਮ ਕਰਦੇ ਨੇ। ਸਹੀ ਧਰਮੀ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨਗੇ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੇ ਸਹੀ ਧਰਮੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਨਗੇ। ਜਿਵੇਂ ਹੁਣ ਬਹੁਤ ਸੰਸਥਾਵਾਂ ਹੈਗੀਆਂ ਨੇ ਦੁੱਖ ਦੀ ਘੜੀ ਦੇ ਵਿੱਚ ਨਾਲ ਵੀ ਖੜੀਆਂ ਹੋਈਆਂ ਨੇ, ਪਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤੇ ਉਹ ਲੋਕ ਅੱਜ ਦਿਖਦੇ ਨਹੀਂ ਗੇ, ਜਾਂ ਉਹ ਲੱਭ ਨਹੀਂ ਰਹੇ ਗੇ। ਜਿਹੜੇ ਪਹਿਲਾਂ ਗੱਲਾਂ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਅਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਜਿੰਦਾ ਕਰ ਦੇਵਾਂਗੇ, ਆਪਾਂ ਉਹਦੇ 'ਤੇ ਟੌਪਿਕ 'ਤੇ ਗੱਲ ਵੀ ਕੀਤੀ ਹੈ। ਪਰ ਇੱਥੇ ਇੱਕ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ
ਉਹ ਲੋਕ ਹੁਣ ਜਿਹੜੇ ਆਮ ਲੋਕ ਹੈਗੇ ਨੇ ਉਮੀਦ ਧਰਮ ਤੋਂ ਕਰਨ ਕਿ ਡਾਕਟਰਾਂ ਤੋਂ ਕਰਨ? ਹੁਣ ਇਹਦਾ ਇਲਾਜ ਡਾਕਟਰ ਲੱਭਣਗੇ ਜਾਂ ਧਰਮੀ ਲੱਭਣਗੇ? ਦੇਖੋ ਜੀ, ਕਾਰਨ ਕੋਈ ਵੀ ਹੋ ਸਕਦਾ ਹੈ, ਪਰ ਇੱਕੋ ਗੱਲ ਅਸੀਂ ਚੰਗੀ ਤਰ੍ਹਾਂ ਸਮਝ ਲਈਏ। ਗੁਰਬਾਣੀ ਦਾ ਬਚਨ ਹੈ, ਕਬੀਰ ਵੈਦ ਕਹੈ ਹਉ ਹੀ ਭਲਾ, ਦਾਰੂ ਮੇਰਾ ਵਸ, ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਸ। ਮਹਾਰਾਜ ਕਹਿੰਦੇ, ਵੈਦ ਕਹਿੰਦਾ ਮੈਂ ਹੀ ਚੰਗਾ ਹੈ ਤੇ ਦਾਰੂ ਮੇਰੇ ਵਸ ਆ, ਮੈਂ ਹੀ ਠੀਕ ਕਰ ਸਕਦਾ। ਪਰ ਗੁਰੂ ਸਾਹਿਬ ਕਹਿੰਦੇ, ਭਾਈ ਤੂੰ ਸੱਚ ਨਹੀਂ ਕਹਿੰਦਾ। ਜੇ ਤੇਰੇ ਤੇ ਮੌਤ ਆ ਗਈ, ਤੂੰ ਕਿਵੇਂ ਬਚੇਂਗਾ? ਇਹ ਜੀਵਨ ਮੌਤ ਪਰਮਾਤਮਾ ਦੇ ਹੱਥ ਆ। ਜਦੋਂ ਉਹਦਾ ਜੀ ਕੀਤਾ ਉਹਨੇ ਲੈ ਲੈਣੀ ਹੈ, ਜਦੋਂ ਜੀ ਕੀਤਾ ਕਿਸੇ ਨੂੰ ਜਿੰਦ ਦੇ ਦੇਣੀ ਹੈ। ਠੀਕ ਹੈ ਜੀ, ਇਹ ਹੱਥ ਪਰਮਾਤਮਾ ਦੇ ਆ। ਕਾਰਨ ਕੋਈ ਵੀ ਹੋ ਸਕਦਾ। ਠੀਕ, ਅੱਜ ਵੈਕਸੀਨ ਲੱਭ ਲਵੇ ਕੋਈ, ਪਰ ਇਹਦੇ ਨਾਲ ਮੌਤਾਂ ਤਾਂ ਨਹੀਂ ਨਾ ਰੁਕ ਜਾਣੀਆਂ। ਅੱਜ ਤੁਸੀਂ ਦੇਖ ਲਓ, ਕਰੋਨਾ ਨਾਲ ਮੌਤਾਂ ਹੋ ਰਹੀਆਂ ਨੇ, ਐਕਸੀਡੈਂਟ ਨਾਲ ਮੌਤਾਂ ਘਟ ਗਈਆਂ ਨੇ। ਤੋ ਜਿੰਨੀਆਂ ਉਹਦੇ ਹੁਕਮ 'ਚ ਮੌਤਾਂ ਹੋਣੀਆਂ ਹੀ ਨੇ। ਤੋ ਜੇ ਰਹੀ ਗੱਲ ਹੱਲ ਕਿਹਨੇ ਕੱਢਣਾ ਹੈ, ਹੋ ਸਕਦਾ ਵੀ ਡਾਕਟਰ ਇਹਦੀ ਵੈਕਸੀਨ ਕੱਢ ਲੈਣ, ਪਰ ਜੇ ਬੰਦਾ ਇਹ ਕਵੇ ਵੀ ਸਭ ਕੁਝ ਬੰਦਾ ਕਰਨ ਵਾਲਾ ਹੈ। ਮੈਂ ਜਦੋਂ ਗੁਰਬਾਣੀ ਪੜ੍ਹਦਾ ਨਾ, ਕਈ ਵਾਰੀ ਨਾ ਮੈਨੂੰ ਸੋਚਦਾ ਹੁੰਦਾ ਵੀ ਸ਼ਾਇਦ ਗੁਰੂ ਸਾਹਿਬ ਦੇ ਸਮੇਂ ਵੀ ਕਈ ਲੋਕ ਐਸੇ ਹੋਣਗੇ ਜਿਹੜੇ ਦਾਅਵਾ ਕਰਦੇ ਹੋਣਗੇ ਵੀ ਸਭ ਕੁਝ ਬੰਦੇ ਨੇ ਕਰਨਾ, ਰੱਬ ਨੇ ਕੀ ਕਰ ਲੈਣਾ ਜੀ, ਧਰਮ ਨੇ ਕੀ ਕਰ ਲੈਣਾ। ਉੱਥੇ ਨਾ ਗੁਰੂ ਸਾਹਿਬ ਨੇ ਇੱਕ ਜਵਾਬ ਦਿੱਤਾ। ਮਹਾਰਾਜ ਕਹਿੰਦੇ ਨੇ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਜੇ ਬੰਦਾ ਇੰਨਾ ਹੀ ਕੁਝ ਕਰ ਸਕਦਾ ਹੈ, ਹੁਣ ਤੁਸੀਂ ਦੇਖੋ ਆ ਜੋ ਕੁਝ ਬਣਿਆ 5 ਤੱਤਾਂ 'ਚ ਬਣਿਆ ਨਾ ਜੀ, ਅਗਨੀ, ਧਰਤੀ, ਹਵਾ, ਪਾਣੀ, ਆਕਾਸ਼, 5 ਤੱਤਾਂ ਦੇ ਵਿੱਚ ਰਹਿ ਕੇ ਸਭ ਕੁਝ ਬਣਿਆ। ਬਿਲਡਿੰਗਸ, ਕਾਰਾਂ, ਜਿੰਨੀਆਂ ਵੀ ਟੈਕਨੋਲੋਜੀਸ ਬਣੀਆਂ ਨੇ, ਵੈਕਸੀਨਸ ਬਣੀਆਂ ਨੇ, ਸਭ ਕੁਝ ਇਹਨਾਂ 5 ਤੱਤਾਂ ਦੇ ਵਿੱਚ ਹੀ ਬਣੀਆਂ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵੀ ਜੇ ਬੰਦਾ ਇੰਨਾ ਹੀ ਕੁਝ ਕਰ ਸਕਦਾ ਹੈ, ਫਿਰ ਇੱਕ ਕੰਮ ਕਰੇ, 6ਵਾਂ ਤੱਤ ਬਣਾ ਕੇ ਦਿਖਾਵੇ। ਜੇ ਬੰਦਾ ਸਮਰੱਥਾ ਬਣਾ ਕੇ ਦਿਖਾਵੇ, 6ਵਾਂ ਤੱਤ ਬਣਾ ਸਕਦਾ ਇਹਨਾਂ ਪੰਜਾਂ ਤੋਂ ਇਲਾਵਾ? ਨਹੀਂ ਬਣਾ ਸਕਦਾ। ਤਾਂ ਬੰਦਾ ਕੀ ਕਰ ਸਕਦਾ ਹੈ? ਉਹੀ ਕੁਝ ਕਰ ਸਕਦਾ ਜੋ ਦਾਇਰਾ ਪਰਮਾਤਮਾ ਨੇ ਦੇ ਦਿੱਤਾ ਹੈ, ਜੋ ਸ੍ਰਿਸ਼ਟੀ ਸਾਜੀ ਉਹਦੇ ਅੰਦਰ ਰਹਿ ਕੇ ਕਾਰਜ ਨਿਭਾ ਸਕਦਾ। ਬਿਲਕੁਲ ਜੀ। ਔਰ ਜੇ ਬੰਦੇ ਨੇ ਬਣਾ ਦਿੱਤੀ, ਦਿਮਾਗ ਦੀ ਵਰਤੋਂ ਕਰਕੇ ਬਣਾਏਗਾ, ਤੇ ਦਿਮਾਗ ਦਾ ਦਾਤਾ ਕੌਣ ਹੈ? ਦਿਮਾਗ ਦਾ ਦਾਤਾ ਵੀ ਤਾਂ ਪਰਮਾਤਮਾ ਹੀ ਆ ਨਾ ਜੀ। ਤੋ ਇਹ ਵੀ ਗੱਲ ਆਉਂਦੀ ਹੈ ਕਿ ਪਰਮਾਤਮਾ ਕਿ ਕੁਦਰਤ। ਦੇਖੋ ਜੀ, ਕੁਦਰਤ ਨੂੰ ਜੇ ਕੋਈ ਰੱਬ ਕਹਿੰਦਾ ਹੈ, ਹੁਣ ਇਹ ਕ੍ਰੀਏਸ਼ਨ ਆ, ਕ੍ਰੀਏਸ਼ਨ ਨੂੰ ਬਣਾਉਣ ਵਾਲਾ ਤਾਂ ਵੀ ਕੋਈ ਹੋਵੇਗਾ ਨਾ। ਆ ਬਿਲਡਿੰਗਸ ਬਣੀਆਂ, ਬਿਲਡਿੰਗ ਨੂੰ ਕਿਸੇ ਨੇ ਬਣਾਇਆ ਵੀ ਤਾਂ ਹੈ ਨਾ। ਹਾਲਾਂਕਿ ਇੱਥੇ 2 ਤਰ੍ਹਾਂ ਦੇ ਲੋਕ ਮਿਲਦੇ ਨੇ ਅੱਜ ਦੀ ਡੇਟ ਵਿੱਚ। ਇੱਕ ਤਾਂ ਉਹ ਜਿਹੜੇ ਪਰਮਾਤਮਾ ਨੂੰ ਕੁਦਰਤ ਤੋਂ ਵੱਖਰਾ ਸਮਝ ਲੈਂਦੇ ਨੇ, ਵੀ ਕੁਦਰਤ ਤੋਂ ਕਿਤੇ ਦੂਰ ਬੈਠਾ ਰੱਬ। ਗੁਰਮਤ ਉਹਨਾਂ ਨਾਲ ਵੀ ਸਹਿਮਤ ਨਹੀਂ। ਤੇ ਜਿਹੜੇ ਲੋਕ ਕਹਿੰਦੇ ਵੀ ਰੱਬ ਹੈ ਹੀ ਨਹੀਂ, ਕੁਦਰਤ ਹੀ ਰੱਬ ਆ, ਗੁਰਮਤ ਉਹਨਾਂ ਨਾਲ ਵੀ ਸਹਿਮਤ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਰੱਬ ਹੈ, ਕੁਦਰਤ ਤੋਂ ਵੱਖਰਾ ਨਹੀਂ, ਕੁਦਰਤ ਦੇ ਵਿੱਚ ਬੈਠਾ। ਇਹਨੂੰ ਥੋੜ੍ਹਾ ਸਪਸ਼ਟ ਕਰ ਲਈਏ, ਭੁਲੇਖਾ ਪੈ ਸਕਦਾ ਹੈ। ਜਿਵੇਂ ਹੁਣ ਪਾਣੀ ਮੱਛੀ ਦੇ ਵਿੱਚ ਹੈ ਨਾ ਜੀ, ਪਰ ਜੇ ਕੋਈ ਕਵੇ ਵੀ ਪਾਣੀ ਮੱਛੀ ਦੇ ਵਿੱਚ ਹੈ, ਇਸ ਕਰਕੇ ਮੱਛੀ ਹੀ ਪਾਣੀ ਹੋ ਗਈ, ਪਾਣੀ ਦੀ ਹੋਂਦ ਮੰਨਣੀ ਨਹੀਂ। ਪਰ ਪਾਣੀ ਦੀ ਹੋਂਦ ਤਾਂ ਹੈ ਨਾ, ਭਾਵੇਂ ਪਾਣੀ ਮੱਛੀ 'ਚ ਹੈ, ਪਰ ਮੱਛੀ 'ਚ ਹੋ ਕੇ ਵੀ ਪਾਣੀ ਵੱਖਰੀ ਹੋਂਦ ਰੱਖਦਾ ਹੈ। ਪਰਮਾਤਮਾ ਕੁਦਰਤ 'ਚ ਹੀ ਹੈ, ਪਾਸੇ ਨਹੀਂ, ਪਰ ਕੁਦਰਤ ਦੇ ਵਿੱਚ ਹੋ ਕੇ ਵੀ ਪਰਮਾਤਮਾ ਇੱਕ ਵੱਖਰੀ ਹੋਂਦ ਰੱਖਦਾ ਹੈ। ਤੋ ਗੁਰਬਾਣੀ ਦੇ ਵਿੱਚੋਂ ਇਹ ਸਹਾਰਾ ਲਈਏ, ਕੁਦਰਤ ਹੈ ਪਰ ਸਭ ਤੇਰੀ ਕੁਦਰਤ। ਜਦੋਂ ਤੇਰੀ ਕੁਦਰਤ ਆ ਗਿਆ ਨਾ ਸ਼ਬਦ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਹੁਣ ਇਹਦਾ ਮਤਲਬ ਕੀ ਆ? ਵੀ ਤੇਰੀ ਕੁਦਰਤ। ਜਿਵੇਂ ਇਹ ਮਕਾਨ ਮੇਰਾ ਹੈ, ਮਤਲਬ ਮਕਾਨ ਤੇ ਮੈਂ 2 ਚੀਜ਼ਾਂ ਨਾ। ਕੁਦਰਤ ਤੇਰੀ, ਮਤਲਬ ਕੁਦਰਤ ਦਾ ਮਾਲਕ ਵੀ ਕੋਈ ਹੈ, ਤੇ ਕੁਦਰਤ ਨੂੰ ਚਲਾਉਣ ਵਾਲਾ। ਜੀ ਬਿਲਕੁਲ। ਜਿਵੇਂ ਸਭ ਕੁਝ ਬਦਲ ਗਿਆ ਜਦੋਂ ਗੁਰੂ ਪਾਤਸ਼ਾਹ ਦੇ ਸਮੇਂ ਸਨ, ਉਤੋਂ ਹਾਲਾਤ ਹੋਰ ਤਰ੍ਹਾਂ ਦੇ ਸਨ, ਰਹਿਣਾ ਸਹਿਣਾ ਸਾਡਾ ਹੋਰ ਤਰ੍ਹਾਂ ਦਾ ਸੀ, ਸਾਡਾ ਖਾਣ ਪੀਣ ਦਾ ਢੰਗ ਤਰੀਕਾ ਬੜਾ ਕੁਛ ਜਿਹੜਾ ਉਹ ਬਦਲ ਗਿਆ। ਉਸ ਤੋਂ ਬਾਅਦ ਜਿਵੇਂ ਹੁਣ ਕੁਝ ਲੋਕ ਗੱਲ ਵੀ ਕਰਦੇ ਨੇ, ਸਾਨੂੰ ਸਮੇਂ ਦੇ ਮੁਤਾਬਕ ਬਦਲ ਵੀ ਜਾਣਾ ਚਾਹੀਦਾ ਹੈ। ਪਰ ਜੇਕਰ ਗੱਲ ਕਰੀਏ ਗੁਰੂ ਗ੍ਰੰਥਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਹਾਂ, 100 ਸਾਲ ਪਹਿਲਾਂ ਲਿਖੇ ਗਏ ਨੇ, ਕਈ 100 ਸਾਲ ਬੀਤ ਗਏ ਨੇ, ਉਹ ਪਹਿਲਾਂ ਲਿਖੇ ਗਏ ਨੇ, ਪਰ ਸਿੱਖਿਆ ਅੱਜ ਵੀ ਉਹਨਾਂ ਦੇ ਲੈ ਰਹੀ ਹੈ। ਕੀ ਇਹਦੇ ਵਿੱਚ ਹੈ, ਕੀ ਹੈ, ਹਕੀਕਤ ਕੀ ਆ? ਵੀ ਉਹ ਤੋਂ ਉਹ ਜਾਨੀ ਜਾਨ ਸਨ ਜਿਨ੍ਹਾਂ ਨੇ ਇਹ ਸਭ ਕੁਛ ਉਹਨਾਂ ਦੇ ਵਿੱਚ ਜਿਹੜੀ ਬਾਣੀ ਦਰਜ ਕੀਤੀ ਗਈ, ਉਹਨਾਂ ਸਭ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰ ਦਿੱਤੀ ਸੀ, ਜਿੰਦੀ ਸੇਧ ਲੈ ਕੇ ਅਸੀਂ ਚੱਲਦੇ ਹਾਂ। ਕਈ ਗੱਲ ਕਰਦੇ ਨੇ ਕਿ ਕੁਦਰਤ ਹੀ ਰੱਬ ਹੈ, ਪਰ ਇਹਨੂੰ ਸਮਝੋ, ਬਾਣੀ ਨੂੰ ਸਮਝਣਾ। ਅਸੀਂ ਵੀ ਗੱਲ ਕਰਦੇ ਹਾਂ ਕਿ ਬਾਣੀ ਨੂੰ ਸਮਝੋ, ਪਰ ਬਾਣੀ ਨੂੰ ਸਮਝੋ ਤਾਂ ਠੀਕ ਹੈ। ਜੇ ਰਹਿਣ ਸਹਿਣ ਸਾਡਾ ਬਦਲ ਸਕਦਾ ਅੱਜ ਦੇ ਮੁਤਾਬਕ, ਤੇ ਫਿਰ ਬਾਣੀ ਉਹ ਕਿਉਂ ਵਰਤ ਰਹੇ ਹਾਂ ਆਪਾਂ? ਦੇਖੋ ਜੀ, ਤੁਹਾਡੇ ਸਵਾਲ ਤੋਂ ਨਾ ਮੈਨੂੰ ਇੱਕ, ਮੈਂ LP ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ, ਤਾਂ ਉੱਥੇ ਸਾਡੇ ਇੱਕ ਪ੍ਰੋਫੈਸਰ ਸੀ, ਇੰਜੀਨੀਅਰਿੰਗ ਡਰਾਇੰਗ ਦਾ ਮੇਰਾ ਪ੍ਰੋਫੈਸਰ ਸੀ, ਪੜ੍ਹਾਉਂਦਾ ਸੀ। ਅਕਸਰ ਉਹ ਥੋੜ੍ਹਾ ਜਿਹਾ ਕਾਮਰੇਡਾਂ ਨਾਲ ਸੰਬੰਧ ਰੱਖਦਾ ਸੀ। ਉਹਨੇ ਵੀ, ਮੈਂ ਦਮਾਲਾ ਬੰਨ੍ਹ ਕੇ ਗਿਆ, ਖੰਡਾ ਤੋੜਾ ਲਾ ਕੇ ਗਿਆ, ਅਤੇ ਮੈਨੂੰ ਸਵਾਲ ਕਰ ਲਿਆ, ਕਹਿਣ ਲੱਗੇ ਵੀ ਦੇਖਣ ਨੂੰ ਧਰਮੀ ਜਿਹਾ ਜਾਪਦਾ ਹੈ, ਲੱਗਦਾ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦਾ ਹੈ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਅੱਜ ਯੁੱਗ ਬਦਲ ਗਿਆ ਹੈ,
ਕਦੀ ਅਸੀਂ ਘੋੜੇ ਗੱਡਿਆਂ ਤੇ ਸਫ਼ਰ ਕਰਦੇ ਸੀ, ਅੱਜ ਹੁਣ ਹਵਾਈ ਜਹਾਜ਼ ਆ ਗਏ ਨੇ। ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹਨਾਂ ਗ੍ਰੰਥਾਂ ਦਾ ਸਹਾਰਾ ਲੈ ਰਹੇ ਹੋ ਜਿਹੜੇ 500 ਸਾਲ ਪਹਿਲਾਂ ਦੇ ਲਿਖੇ ਗਏ। ਯੁੱਗ ਬਦਲ ਗਿਆ, ਸਾਡੀਆਂ ਟੈਕਨੋਲੋਜੀਜ਼ ਬਦਲ ਗਈਆਂ ਨੇ, ਤੇ ਤੁਸੀਂ ਆਪਣੇ ਗ੍ਰੰਥ ਵੀ ਬਦਲ ਲਓ। ਤੇ ਉੱਥੇ ਨਾ ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਸੀ। ਮੈਂ ਕਿਹਾ ਵੀ ਸਮਾਂ ਬਦਲਿਆ ਜ਼ਰੂਰ, ਟੈਕਨੋਲੋਜੀਜ਼ ਬਦਲੀਆਂ ਨੇ, ਦੁਨਿਆਵੀ ਖਤਰੇ ਬਦਲੇ ਨੇ, ਦੁਨਿਆਵੀ ਸਹੂਲਤਾਂ ਬਦਲੀਆਂ ਨੇ, ਪਰ ਅਧਿਆਤਮਕ ਖਤਰੇ ਵੀ ਅੱਜ ਵੀ ਉਹੀ ਨੇ, ਅਧਿਆਤਮਕ ਸਹੂਲਤਾਂ ਵੀ ਅੱਜ ਵੀ ਉਹੀ ਨੇ। ਅੱਜ ਤੋਂ 500 ਸਾਲ ਪਹਿਲਾਂ ਗੱਲ ਕਰ ਲਈਏ, ਇਹ ਗੱਲ ਸਮਝਣ ਵਾਲੀ, ਧਿਆਨ ਨਾਲ ਜੀ। ਅੱਜ ਤੋਂ 500 ਸਾਲ ਪਹਿਲਾਂ ਗੱਲ ਕਰ ਲਈਏ, ਉਦੋਂ ਖਤਰਾ ਕੀ ਸੀ ਦੁਨਿਆਵੀ? ਵੀ ਜੰਗਲਾਂ ਦੇ ਰਾਹੀਂ ਸਫ਼ਰ ਕਰਨਾ ਹੈ, ਕਿਤੇ ਕੋਈ ਸ਼ੇਰ ਨਾ ਖਾ ਲੇ, ਕੋਈ ਜਾਨਵਰ ਅਟੈਕ ਨਾ ਕਰ ਦੇ। ਤੇ ਉਹਨਾਂ ਖਤਰਿਆਂ ਤੋਂ ਬਚਣ ਦੇ ਉਵੇਂ ਦੇ ਸਾਡੇ ਕੋਲ ਸਾਧਨ ਸੀ। ਅੱਜ ਖਤਰੇ ਬਦਲ ਗਏ, ਅੱਜ ਖਤਰੇ ਬਿਮਾਰੀਆਂ ਬਣ ਗਈਆਂ, ਕੁਝ ਹੋਰ ਖਤਰੇ ਬਣ ਗਏ ਆ, ਤੇ ਉਹਨਾਂ ਤੋਂ ਬਚਣ ਦੇ ਅਸੀਂ ਸਾਧਨ ਹੋਰ ਲੱਭ ਲਏ ਨੇ। ਦੁਨਿਆਵੀ ਤੌਰ 'ਤੇ ਖਤਰੇ ਬਦਲੇ ਨੇ, ਸਹੂਲਤਾਂ ਬਦਲੀਆਂ ਨੇ, ਪਰ ਅਧਿਆਤਮਕ ਤੌਰ 'ਤੇ ਗੱਲ ਕਰੀਏ 500 ਹਜ਼ਾਰਾਂ ਸਾਲ ਪਹਿਲਾਂ ਵੀ ਖਤਰਾ ਕਾਮ ਤੇ ਕ੍ਰੋਧ ਹੀ ਸੀ, ਤੇ ਹਜ਼ਾਰਾਂ ਸਾਲ ਬਾਅਦ ਵੀ ਖਤਰਾ ਕਾਮ ਕ੍ਰੋਧ ਹੀ ਰਹਿਣਾ ਹੈ। ਉਹਨਾਂ ਤੇ ਕਾਬੂ ਉਦੋਂ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹੋ ਰਿਹਾ। ਹਾਂਜੀ, ਔਰ ਉਦੋਂ ਉਹਨੂੰ ਕਾਬੂ ਕਰਨ ਲਈ ਸਹਾਇਕ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੀ, ਅੱਜ ਵੀ ਪ੍ਰਮਾਤਮਾ ਦਾ ਨਾਮ ਹੈ, ਅੱਗੇ ਵੀ ਪ੍ਰਮਾਤਮਾ ਦਾ ਨਾਮ ਰਹਿਣਾ ਹੈ। ਗੁਰਬਾਣੀ ਇਹਨਾਂ ਖਤਰਿਆਂ ਦੀ ਗੱਲ ਕਰਦੀ ਹੈ, ਗੁਰਬਾਣੀ ਘੋੜੇ ਗੱਡਿਆਂ ਦੀ ਗੱਲ ਨਹੀਂ ਕਰਦੀ। ਜੇ ਘੋੜੇ ਗੱਡਿਆਂ ਦੀ ਗੱਲ ਕੀਤੀ ਹੁੰਦੀ ਵੀ ਘੋੜੇ ਗੱਡਿਆਂ 'ਚ, ਫਿਰ ਤਾਂ ਤੁਸੀਂ ਕਾਬੂ ਪਾਉਣਾ ਤਾਂ ਸਾਨੂੰ ਗੁਰੂ ਪਾਤਸ਼ਾਹ ਦੇ ਲੜ ਲੱਗਣਾ ਹੀ ਪੈਣਾ। ਬਿਲਕੁਲ ਜੀ। ਔਰ ਦੁਨੀਆ ਬਦਲ ਜੇ, ਜਿੰਨੀਆਂ ਮਰਜ਼ੀ ਟੈਕਨੋਲੋਜੀਜ਼ ਬਦਲ ਜੇ, ਕਦੀ ਆਪਾਂ ਕਿਹਾ ਵੀ ਹਜ਼ਾਰਾਂ ਸਾਲ ਬਾਅਦ ਬੰਦੇ ਦੇ ਵਕਾਰ ਕੋਈ ਹੋਰ ਹੋ ਜਾਣੇ ਆ ਜੀ, ਕਾਮ ਦੀ ਜਗ੍ਹਾ ਕੋਈ ਨਵਾਂ ਵਕਾਰ ਆ ਜਾਏਗਾ। ਵਕਾਰ ਤੋਂ ਹੀ ਰਹਿਣੇ ਨੇ, ਔਰ ਬਚਣ ਦਾ ਸਾਧਨ ਵੀ ਨਾਮ ਰਹਿਣਾ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਚੀਜ਼ ਦੀ ਗੱਲ ਕਰਦੇ ਨੇ, ਅਧਿਆਤਮਕਤਾ ਦੀ ਗੱਲ ਕਰ ਰਹੇ ਨੇ। ਔਰ ਇਹ ਜੁਗਾਂ ਦੇ ਵਿੱਚ ਅਧਿਆਤਮਕਤਾ ਸੇਮ ਹੀ ਰਹਿਣੀ ਆ, ਦੁਨਿਆਵੀ ਟੈਕਨੋਲੋਜੀਜ਼ ਬਦਲਦੀਆਂ ਰਹਿਣੀਆਂ ਨੇ। ਇਸ ਕਰਕੇ ਅੱਜ ਵੀ ਜੇ ਅਸੀਂ ਸਹਾਰਾ ਲੈਣਾ ਹੈ, ਗੁਰੂ ਗ੍ਰੰਥ ਸਾਹਿਬ ਦਾ ਲੈਣਾ ਹੈ। ਦੂਸਰੀ ਗੱਲ, ਸੁਰਤ ਦਾ ਸਫ਼ਰ ਨਾ ਜੀ, ਉਹ ਟੈਕਨੋਲੋਜੀ ਦੇ ਸਫ਼ਰ ਤੋਂ ਵੀ ਕਿਤੇ ਗੁਣਾ ਅੱਗੇ ਆ। ਤੁਸੀਂ ਦੇਖੋ ਉਸ ਵਕਤ ਜਿਨ੍ਹਾਂ ਲੋਕਾਂ ਨੂੰ ਇੱਕ ਜਗ੍ਹਾ 'ਤੇ ਰਹਿੰਦੇ ਸੀ, ਦੂਸਰੀ ਜਗ੍ਹਾ ਦਾ ਨਹੀਂ ਸੀ ਪਤਾ ਹੁੰਦਾ ਨਾ। ਗੁਰੂ ਸਾਹਿਬ ਉਦੋਂ ਕਰੋੜਾਂ ਬ੍ਰਹਮੰਡਾਂ ਦੀ ਗੱਲ ਕਰਦੇ ਸੀ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਅੱਜ ਸਾਇੰਸ ਕਹਿਣ ਲੱਗੀ ਆ ਵੀ ਇੱਕ ਯੂਨੀਵਰਸ ਤੋਂ ਵੀ ਵੱਧ ਕੇ ਯੂਨੀਵਰਸ ਹੈ, ਪਰ ਗੁਰੂ ਸਾਹਿਬ ਨੇ ਉਦੋਂ ਜੇ ਗੱਲ ਕਰਤੀ ਨਾ ਕਰੋੜਾਂ ਖੰਡਾਂ ਦੀ, ਕਰੋੜਾਂ ਬ੍ਰਹਮੰਡਾਂ ਦੀ, ਇਹਦਾ ਮਤਲਬ ਅਧਿਆਤਮਕਤਾ ਸਾਇੰਸ ਤੋਂ ਕਿਤੇ ਗੁਣਾ ਉੱਚੀ ਆ। ਸਾਇੰਸ ਦਾ ਦਾਇਰਾ ਹੋ ਸਕਦਾ ਹੈ, ਅਧਿਆਤਮਕਤਾ ਦਾ ਕੋਈ ਦਾਇਰਾ ਨਹੀਂ। ਇਸ ਕਰਕੇ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਣੀ ਆਈਏ ਔਰ ਗੁਰ ਸਿਧਾਂਤਾਂ ਨੂੰ ਸਹੀ ਤੌਰ 'ਤੇ ਅਮਲ ਕਰੀਏ ਜੀ। ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਦੇਣ ਲਈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਜੋਤ ਸਿੰਘ ਖਾਲਸਾ, ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਧਰਮ ਕੀ ਚੀਜ਼ ਹੈ, ਧਰਮ ਦਾ ਜਿਹੜਾ ਇਸਤੇਮਾਲ ਉਹ ਕਿਵੇਂ ਕਰਨਾ, ਤੇ ਧਰਮ ਸਾਨੂੰ ਕੀ ਸਿਖਾਉਂਦਾ। ਜਿਵੇਂ ਹੁਣ ਵਾਇਰਸ ਫੈਲਿਆ ਆ, ਧਰਮ ਦਾ ਵਿੱਚ ਰੋਲ ਕੀ ਆ, ਜਿਵੇਂ ਬੜੀਆਂ ਸੰਸਥਾਵਾਂ ਹੈਗੀਆਂ ਨੇ ਉਹਦਾ ਰੋਲ ਅਦਾ ਵੀ ਕਰ ਰਹੀਆਂ ਨੇ। ਧਰਮ ਦੇ ਨਾਂ 'ਤੇ ਜਿਹੜੀ ਕਤਲੋਗਾਰਦ ਹੁੰਦੀ ਆ ਉਹ ਇੱਕ ਸਿਆਸਤ ਦੇ ਨਾਂ 'ਤੇ ਹੁੰਦੀ ਆ। ਸਿਆਸਤ ਵਾਲਿਆਂ ਨੇ ਰੋਟੀਆਂ ਸੇਕਣੀਆਂ ਆਪਦੀਆਂ, ਉਹਨਾਂ ਨੇ ਆਪਦੀ ਚੌਧਰ ਦੀ ਖਾਤਰ ਸਾਨੂੰ ਆਪ ਦੇ ਵਿੱਚ ਲੜਾ ਦੇਣਾ। ਧਰਮ ਇੱਕ ਹੀ ਹੈ, ਰਸਤੇ ਵੱਖੋ ਵੱਖਰੇ ਨੇ। ਉਹ ਚਾਹੇ ਸਿੱਖ ਧਰਮ ਦਾ ਰਸਤਾ ਇੱਕ ਅਲੱਗ ਹੋਵੇ, ਜਾਣਾ ਉੱਥੇ ਹੀ ਹੈ। ਈਸਾਈ ਧਰਮ ਦਾ ਇੱਕ ਅਲੱਗ ਹੋਵੇ, ਜਾਣਾ ਉੱਥੇ ਹੀ ਹੈ। ਹਿੰਦੂ ਧਰਮ ਦਾ ਅਲੱਗ ਹੋਵੇ, ਜਾਣਾ ਉੱਥੇ ਹੀ ਹੈ। ਅਤੇ ਮੁਸਲਮਾਨ ਦਾ ਅਲੱਗ ਹੋਵੇ, ਜਾਣਾ ਉੱਥੇ ਹੀ ਹੈ। ਜਿਹੜਾ ਸਾਡੇ ਵਿੱਚ ਜਿਹੜੀਆਂ ਵਖਰੇਵੇਂ ਪਾਏ ਗਏ ਨੇ, ਹਰਜੋਤ ਸਿੰਘ ਨੇ ਜਿਵੇਂ ਦੱਸਿਆ ਕਿ ਜਿਵੇਂ ਮੰਦਰ ਦੇ ਵਿੱਚ ਬੈਠ ਕੇ ਕੋਈ ਆਪਦਾ ਨਾਮ ਪੜ੍ਹ ਰਿਹਾ ਹੁੰਦਾ, ਗੁਰੂ ਪਾਤਸ਼ਾਹ ਦੇ ਲੜ ਲੱਗਿਆ ਹੁੰਦਾ, ਚਾਹੇ ਕਿਸੇ ਵੀ ਵਕਾਰਾਂ ਦੇ ਵਿੱਚ ਹੋਵੇ, ਕਿਸੇ ਵੀ ਧਰਮ ਦੇ ਵਿੱਚ ਹੋਵੇ, ਪਰ ਰਸਤਾ ਇੱਕ ਹੀ ਹੈ, ਉਸੇ ਪਰਮਾਤਮਾ ਨਾਲ ਜੁੜਨਾ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹ ਹੀ ਚਾਰੇ ਧਰਮ ਜਿਹੜੇ ਸਾਡੇ ਹੈਗੇ ਨੇ, ਉਹ ਸਾਨੂੰ ਸਿਖਾਉਂਦੇ ਨੇ ਇਹਨਾਂ 'ਤੇ ਕਿਵੇਂ ਕਾਬੂ ਪਾਉਣਾ ਹੈ ਅਤੇ ਸਰਬੱਤ ਦਾ ਭਲਾ ਕਰਨਾ। ਜਿਵੇਂ ਅਸੀਂ ਰੋਜ਼ ਹੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਉਹਦੇ ਮੁਤਾਬਕ ਚੱਲਣਾ ਹੈ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।